ਦੀ ਵਸੂਲੀ ਕਰਦੇ ਨੇ ਤੇ ਹਫਤਾ ਵਸੂਲੀ ਤੋਂ ਪਹਿਲਾਂ ਦੀ ਜਿਹੜੀ ਤੁਹਾਨੂੰ ਨਸ਼ੇ ਦੀ ਲੱਤ ਲੱਗ ਚੁੱਕੀ ਕਿ ਉਸ ਤੋਂ ਬਾਅਦ ਲੱਗੀ ਸੀ? ਨਾ ਉਸ ਤੋਂ ਪਹਿਲਾਂ ਮੈਨੂੰ ਇਹ ਨਸ਼ੇ ਦੀ ਜਿਹੜੀ ਸੌਂਕ ਜਿਹੜਾ ਹੈਬਿਟ ਪੈ ਚੁੱਕੀ। ਤੇ ਇਹ ਕਿਹਨਾਂ ਨੇ ਲਾਈ ਸੀਗੀ? ਇਹ ਵੀ ਮੈਨੂੰ ਜਿੱਦਾਂ ਆਪਣੇ ਤੋਂ ਵੱਡਿਆਂ ਵਾਲੀਆਂ ਉਹ ਨਸ਼ਾ ਕਰਦੇ ਸੀ, ਉਹਨਾਂ ਨੇ ਸਕੂਲ ਲਏ ਹੁੰਦੇ ਸੀ ਕਿਰਾਏ ਤੇ, ਠੀਕ ਹੈ ਨਾ। ਕੁਝ ਮੇਰੇ ਵਿੱਚ ਰਿਸ਼ਤੇਦਾਰ ਹੀ ਉਹਨਾਂ ਨੇ ਸਕੂਲ ਕਿਰਾਏ ਤੇ ਲਏ ਹੁੰਦੇ ਸੀ। ਮੈਂ ਉਹਨਾਂ ਦੇ ਸਕੂਲਾਂ 'ਚ ਨਿੱਕੀ ਉਮਰ ਦਾ ਹੁੰਦਾ ਸਕੂਲੋਂ ਮੈਂ ਚੱਲ ਜਾਣਾ ਤੇ ਉਹਨਾਂ ਨਾਲ, ਠੀਕ ਹੈ ਨਾ, ਉੱਥੇ ਜਾ ਕੇ ਬਹਿਣਾ ਖਲੋਣਾ, ਠੀਕ ਹੈ ਨਾ। ਤੇ ਏਦਾਂ ਹੀ ਮੇਰੀ ਉਹਨਾਂ ਨਾਲ ਯਾਰੀ ਪੀਦੀ। ਉਹਨਾਂ ਨੇ ਮੈਨੂੰ ਨਸ਼ਾ ਚਾਲੂ ਕਰਾਤਾ। ਉਸ ਟਾਈਮ ਕੈਪਸੂਲ, ਸੀਸੀਆਂ ਐੜਾ ਵਗੈਰਾ ਇਦਾਂ ਦੇ ਨਸ਼ੇ ਚੱਲਦੇ ਹੁੰਦੇ ਸੀ। ਤੇ ਇਹ ਨਸ਼ਾ ਜਿਹੜੇ ਸ਼ੀਸ਼ੀਆਂ ਪੀਤੀਆਂ ਵਾ, ਇਹ ਕਿੰਨੀ ਕਿ ਤੁਸੀਂ ਆਪਣੀ ਲਾਈਫ 'ਚ ਪੀ ਚੁੱਕੇ? ਮਤਲਬ ਕਿ ਸ਼ੀਸ਼ੀਆਂ ਤੋਂ ਸ਼ੁਰੂ ਕੀਤਾ ਸੀ, ਕੈਪਸੂਲ ਤੋਂ ਸ਼ੁਰੂ ਕੀਤਾ ਸੀ? ਉਹ ਕਿਸ ਤਰੀਕੇ ਦਾ ਨਸ਼ਾ ਸੀ? ਜਿਹੜਾ ਮੈਂ ਪਹਿਲਾਂ ਨਸ਼ਾ ਚਾਲੂ ਕੀਤਾ ਸੀ ਉਹ ਮੈਂ ਸਿਗਰਟ ਤੋਂ ਚਾਲੂ ਕੀਤਾ ਸੀ। ਅੱਛਾ, ਸਿਗਰਟ ਪੀਂਦੇ ਸੀ? ਸਿਗਰਟ ਤੋਂ ਪੀਂਦਾ ਸੀ। ਸਿਗਰਟ ਤੋਂ ਮੈਂ ਹੌਲੀ ਹੌਲੀ ਚਾਲੂ ਕਰਦਾ, ਫਿਰ ਮੈਂ ਕੈਪਸੂਲ ਸੀਸੀਆਂ ਪੀਣੀਆਂ ਚਾਲੂ ਕਰਤੀਆਂ। ਸੀਸੀ ਮੈਂ ਡੇਲੀ ਪੀਣੀਆਂ। ਸੀਸੀਆਂ ਤੋਂ ਬਾਅਦ ਫਿਰ ਹੌਲੀ ਹੌਲੀ ਕਰਦੇ ਕਰਦੇ ਸਮੈਕ ਤੱਕ ਪਹੁੰਚ ਗਏ। ਤੇ ਤੁਹਾਡੇ ਘਰਦਿਆਂ ਨੂੰ ਇਹ ਬਿਲਕੁਲ ਨਹੀਂ ਪਤਾ ਸੀਗਾ ਕਿ ਇਹ ਤੁਸੀਂ ਆਪਣੀ ਲਾਈਫ ਤੇ ਤੁਸੀਂ ਕਿੱਦਾਂ ਤੁਹਾਡੀ ਲਾਈਫ ਜਾ ਰਹੀ ਹੈ? ਉਸ ਟਾਈਮ ਮੇਰੇ ਘਰਦਿਆਂ ਨੂੰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕੀ ਕਰ ਰਿਹਾ ਵਾ। ਤੇ ਫਿਰ ਮੈਂ ਆਪਣੇ ਸਿਰ ਤੋਂ ਕੇਸ ਵੀ ਕਟਾਤੇ। ਪਹਿਲਾਂ ਸਰਦਾਰ ਸੀਗੇ? ਪਹਿਲਾਂ ਸਰਦਾਰ ਸੀ। ਅੰਮ੍ਰਿਤ ਛਕਿਆ ਸੀ ਮੈਂ। ਮੰਮੀ ਉਹਨਾਂ ਨੇ ਸ਼ੁਰੂ ਤੋਂ ਹੀ ਅੰਮ੍ਰਿਤ ਛਕਿਆ ਸੀ ਤੇ ਮੈਨੂੰ ਵੀ ਸਿਖਾਇਆ, ਮੇਰੀ ਸਿਸਟਰ ਨੂੰ ਵੀ ਸਿਖਾਇਆ ਸੀ ਅੰਮ੍ਰਿਤ। ਤੇ ਮੈਂ ਅੰਮ੍ਰਿਤ ਭੰਗ ਕਰ ਦਿੱਤਾ ਸੀ, ਮੈਂ ਵਾਲ ਕਟਾਤੇ ਸੀ। ਕਿਹਦੇ ਕਹਿਣ ਦੇ ਉੱਤੇ ਕੀਤੇ ਸੀ ਕਿ ਤੁਸੀਂ ਆਪ ਹੀ ਇਹ ਜੋ ਫਿਲਮਾਂ ਸਾਨੂੰ ਦਰਸਾਈਆਂ ਜਾਂਦੀਆਂ ਉਹਨਾਂ ਤੋਂ ਵੇਖ ਕੇ ਮੈਂ ਇਹ ਵਾਲ ਕਟਾਏ ਜੀ। ਹਾਂ। ਤੇ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਜ਼ਿੰਦਗੀ ਹੈ ਨਸ਼ੇ ਵੱਲ ਤੁਰਦੀ ਗਈ। ਜਿਵੇਂ ਜਿਵੇਂ ਮੇਰਾ ਨਸ਼ੇ ਵੱਧਦੇ ਗਏ, ਮੈਨੂੰ ਪਤਾ ਚੱਲਦਾ ਗਿਆ ਨਸ਼ੇ ਦੇ, ਉਹ ਮੇਰਾ ਨਸ਼ਾ ਵੱਡੇ ਤੋਂ ਵੱਡਾ ਨਸ਼ਾ ਹੁੰਦਾ ਗਿਆ। ਫਿਰ ਜੀ ਚਲੋ ਜੀ ਕਰਦੇ ਕਰਦੇ ਜਦੋਂ ਮੇਰੇ ਘਰਦਿਆਂ ਨੂੰ ਪਹਿਲੀ ਵਾਰ ਪਤਾ ਲੱਗਾ, ਘਰਦਿਆਂ ਨੇ ਮੈਨੂੰ ਸੈਂਟਰ 'ਚ ਗਿਆ। ਤੇ ਘਰਦਿਆਂ ਨੇ ਤੁਹਾਨੂੰ ਕੁਝ ਨਹੀਂ ਕਿਹਾ ਜਦੋਂ ਤੁਸੀਂ ਪਹਿਲੀ ਵਾਰੀ ਮਿਲੇ ਹੋ ਜਾਂ ਜੋ ਤੁਸੀਂ ਨਸ਼ਾ ਤਸਕਰੀ ਕਰਦੇ ਰਹੇ? ਤਸਕਰੀ ਵੀ ਕਰਦੇ ਰਹੇ? ਉਹ ਮੈਂ ਬਾਅਦ 'ਚ ਕਰਦਾ ਰਿਹਾ ਤਸਕਰੀ। ਅੱਛਾ, ਬਾਅਦ ਨੂੰ ਅਜੇ ਵਿੱਚ ਚਾਲੂ ਮਤਲਬ ਕਿ ਸ਼ੁਰੂਆਤ ਕੀਤੀ ਜੀ। ਹਾਂਜੀ, ਉਦੋਂ ਸਮੈਕ ਪੀਂਦੇ ਰਹੇ। ਫਿਰ ਸਮੈਕ ਲਈ ਪੈਸੇ ਕਿੱਥੋਂ ਆਉਣੇ, ਕਿਉਂਕਿ ਘਰ ਦੇ ਹਾਲਾਤ ਹੈ ਨਹੀਂ ਸੀ। ਘਰ ਦੇ ਹਾਲਾਤ ਹੈ ਨਹੀਂ। ਫਿਰ ਸਕੂਲ ਦੇ ਜਿਹੜੇ ਮੁੰਡੇ ਹੁੰਦੇ ਇੱਥੇ ਪੜ੍ਹਨ ਵਾਸਤੇ, ਸਕੂਲ ਦੇ ਮੁੰਡੇ ਹੁੰਦੇ ਉਹਨਾਂ ਮੁੰਡਿਆਂ ਦੇ ਖਿਲਾਰ ਕੇ ਉਹਨਾਂ ਦੇ ਜੇਬਾਂ 'ਚ ਪੈਸੇ ਕੱਢ ਲੈਣੇ, ਠੀਕ ਹੈ ਨਾ। ਜੇ ਕਿਸੇ ਦੀ ਚੈਨੀ ਚੰਗੀ ਲੱਗੀ ਚੈਨੀ ਲਾ ਲੈਣੀ, ਏਦਾਂ ਦੇ ਕੰਮ ਕਰਨੇ ਚਾਲੂ ਕਰ ਦਿੱਤੇ, ਠੀਕ ਹੈ ਨਾ। ਜੋ ਮਤਲਬ ਕਿ ਉਹਦੇ ਵਿੱਚ ਚੈਨੀਆਂ ਸਨੈਚ ਵਗੈਰਾ ਤੁਸੀਂ ਕਰਦੇ ਰਹੇ ਸੀਗੇ, ਉਸ ਦੇ ਉੱਪਰ ਤੁਹਾਡੇ ਫਿਰ FIR ਵਗੈਰਾ ਵੀ ਹੋਈਆਂ ਹੋਣਗੀਆਂ? ਤੁਸੀਂ ਪ੍ਰੋਪਰ ਤੁਹਾਨੂੰ ਪੁਲਿਸ ਮਤਲਬ ਕਿ ਲੱਭਣ ਵੀ ਆਉਂਦੀ ਰਹੀ ਹੋਊਗੀ ਜਾਂ ਕਿਤੇ ਨਾ ਕਿਤੇ ਤੁਹਾਨੂੰ ਚੁੱਕ ਕੇ ਵੀ ਖੜਿਆ ਹੋਊਗਾ? ਕਿੱਦਾਂ ਦਾ ਐਕਸਪੀਰੀਅੰਸ? ਬਹੁਤ ਜ਼ਿਆਦਾ ਤੁਸੀਂ ਕਹਿੰਦੇ ਪੁਲਿਸ ਦਾ ਮੇਰਾ ਇੱਦਾਂ ਦਾ ਕਾਰਨ ਹੁੰਦਾ ਸੀ ਕਿ ਪੁਲਿਸ 'ਚ ਸਿਰਫ ਇਸ ਏਰੀਏ 'ਚ ਸਿਰਫ ਇੱਕ ਬੰਦਾ ਹੁੰਦਾ ਰਿਹਾ ਵੱਡਾ, ਜਿਹਨੂੰ ਪੁਲਿਸ ਨੂੰ ਫੜਨਾ ਨਾਮੁਮਕਿਨ ਹੁੰਦਾ ਸੀ। ਜਿੱਦਾਂ ਇੱਕ ਫਿਲਮਾਂ 'ਚ ਆਪਾਂ ਡਾਇਲੌਗ ਲਾ ਲੈਂਦੇ ਆ ਨਾ ਕਿ ਡਾਊਨ, ਜਿੱਦਾਂ ਡਾਊਨ ਦਾ ਡਾਇਲੌਗ ਆਪਾਂ ਕਹਿ ਲੈਂਦੇ ਆ ਡਾਊਨ ਨੂੰ ਫੜਨਾ ਨਾਮੁਮਕਿਨ ਹੈ। ਇਸ ਲਈ ਕੱਲ ਨੂੰ ਆਉਂਦੀ ਪੁਲਿਸ ਨੂੰ ਵੀ ਤੁਸੀਂ ਜਾ ਕੇ ਪੁੱਛ ਸਕਦੇ ਜਿਹੜੇ ਪੁਰਾਣੇ ਰਹੇ ਮੁਲਾਜ਼ਮ ਕਿ ਹਾਂ ਵੱਡਾ ਕੋਣੀ, ਇਸ ਲਈ ਮੈਨੂੰ ਫੜਨਾ ਵੀ ਨਾਮੁਮਕਿਨ ਹੁੰਦਾ ਸੀ ਉਹਨਾਂ ਵਾਸਤੇ। ਤੁਸੀਂ ਕਿੱਦਾਂ ਦਾ ਨਾਮੁਮਕਿਨ, ਉਹਨਾਂ ਵਾਸਤੇ ਕੀ ਨਾਮੁਮਕਿਨ ਸੀਗਾ ਕਿ ਤੁਸੀਂ ਲੁਕ ਜਾਂਦੇ ਰਹੇ ਸੀਗੇ ਜਾਂ ਕਿੱਦਾਂ ਦਾ? ਮੈਂ ਤੁਹਾਨੂੰ ਦੱਸਦਾ ਰਿਹਾ, ਮੇਰਾ ਪਾਸ ਉਹ ਪਾਲੀ ਸਾਈਡ ਤੇ ਮੇਰਾ ਕਮਰਾ ਹੁੰਦਾ ਸੀ, ਉਹਦਾ ਇੱਕ ਬਾਹਰ ਦੀ ਸਾਈਡ ਗੇਟ ਹੁੰਦਾ ਸੀ, ਠੀਕ ਆ। ਬਾਕੀ ਇੱਕ ਗੇਟ ਆ ਹੁੰਦਾ ਸੀ, ਇੱਕ ਗੇਟ ਉਹ ਹੁੰਦਾ ਸੀ। ਕੋਠਿਆਂ ਦੇ ਰਾਹ ਬਣਾ ਹੁੰਦਾ ਸੀ ਵੱਡਾ। ਉਦੋਂ ਕੋਈ ਚਵਾਰੇ ਨਹੀਂ ਹੁੰਦੇ, ਸਿੱਧੇ ਕੋਠੇ ਹੁੰਦੇ ਸੀ। ਸਿਰਫ ਸਾਡੇ ਘਰ ਪਲਸਤਰ ਪਿਆ ਹੁੰਦਾ ਸੀ, ਬਾਕੀ ਜ਼ਿਆਦਾ ਪਲਸਤਰ ਨਹੀਂ ਪਏ ਹੁੰਦੇ, ਕਈਆਂ ਦੇ ਘਰ ਇਦਾਂ ਹੀ। ਫਿਰ ਇਹ ਟੱਪਦੇ ਦੂਜੀਆਂ ਗਲੀਆਂ ਤੱਕ ਮੈਂ ਪਹੁੰਚ ਜਾਂਦਾ ਹੁੰਦਾ। ਮਤਲਬ ਕਿ ਇਹ ਜਦੋਂ ਤੁਹਾਨੂੰ ਤਨਾਹ ਕਿੱਦਾਂ ਮਿਲਦੇ ਸੀ ਕਿ ਉਹ ਬੰਦੇ ਇੱਥੇ ਪਹੁੰਚ ਰਹੇ ਕਿ ਤੁਸੀਂ ਗੈਪ ਹੋ ਜਾਂਦੇ? ਮੈਨੂੰ ਜਿੱਦਾਂ ਕਿ ਮੈਂ ਲੰਮੇ ਪਿਆ ਵਾਂ ਤੇ ਪਹਿਲਾਂ ਤੇ ਚਲੋ ਇੰਨੀ ਆਡੀ ਹੈ ਨਹੀਂ। ਫਿਰ ਜਿੱਦਾਂ ਆਪਣੇ ਕੰਮ ਵੱਧਦੇ ਗਏ, ਸਰਕਲ ਵੱਡਾ ਹੁੰਦਾ ਗਿਆ, ਹਰ ਪਾਸੇ ਨਸ਼ੇ ਵੱਲ ਵੀ ਸਰਕਲ ਵੱਡਾ ਹੁੰਦਾ ਗਿਆ। ਤੁਹਾਡੇ ਕਹਿਣ ਦਾ ਮਤਲਬ ਕਿ ਸਾਡੇ ਮਤਲਬ ਕਿ ਬੰਦਿਆਂ ਨੂੰ ਪਹਿਲਾਂ ਸੂਹਾਂ ਮਿਲ ਜਾਂਦੇ ਰਹੇ, ਪੁਲਿਸ ਨੇ ਰੇਟ ਪੈਣੀ ਆ। ਮੈਨੂੰ ਪਹਿਲਾਂ ਹੀ ਫੋਨ ਆਏ ਨਾ ਕਿ ਹਾਂ ਬਈ ਪੁਲਿਸ ਆਉਣ ਲੱਗੀ ਆ, ਨਿਕਲ ਜਾ। ਇਸ ਲਈ ਮੈਂ ਪਹਿਲਾਂ ਹੀ ਤਿਆਰੀ ਸੂਹ ਅੰਦਰ ਹੋਏ ਨਾ, ਠੀਕ ਹੈ ਨਾ। ਜੇ ਮੈਨੂੰ ਫੜ ਵੀ ਲਿਆ ਤੇ ਮੈਂ ਛਡਾ ਕੇ ਵੀ ਭੱਜ ਜਾਂਦਾ ਰਿਹਾ ਪੁਲਿਸ ਵਾਲਿਆਂ ਨੂੰ।
ਤੇ ਇਹ ਮਤਲਬ ਕਿ ਤੁਸੀਂ ਆਪਦੀ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਹਨਾ, ਹਾਂਜੀ। ਇਹ ਇਸ ਤਰੀਕੇ ਨਾਲ ਫਿਰ ਤੁਹਾਨੂੰ ਘਰਦਿਆਂ ਨੂੰ ਵੀ ਟੌਰਚਰ ਕਰਦੇ ਹੋਗੇ ਪੁਲਿਸ, ਕਿ ਤੁਸੀਂ ਕਦੀ ਮਾਪਿਓ ਨੇ ਵੀ ਤੁਸੀਂ ਸੋਚਿਆ ਹੋਊਗਾ ਕਿ ਯਾਰ ਮਾਪਿਓ ਨੂੰ ਫੜ ਕੇ ਲੈ ਜਾਣੇ ਕਿਤੇ, ਉਹ ਕਿਦਾਂ ਦਾ ਐਕਸਪੀਰੀਅੰਸ ਸੀਗਾ? ਮਾਪਿਓ ਨੂੰ ਵੀ ਲੈ ਕੇ ਜਾਂਦੇ ਹੋਣਗੇ ਉਹ ਥਾਣੇ? ਨਹੀਂ, ਮੇਰੀ ਮਾਂ ਦਾ ਰੁਤਬਾ ਜਿਹੜਾ ਸੀ ਇਹ ਇੱਕ ਸ਼ੇਰਨੀ ਵਰਗਾ ਸੀ, ਕਿਉਂਕਿ ਸਿਰ ਤੇ ਦਸਤਾਰ ਸੀ। ਰੱਬ ਨੇ ਸਿਰ ਤੇ ਜਿਸ ਨੂੰ ਦਸਤਾਰ ਦੇਤੀ ਤੇ ਸਮਝ ਲਓ ਸ਼ੇਰ ਹੀ ਆ। ਤੇ ਮੇਰੀ ਮਾਂ ਦਾ ਜਿਹੜਾ ਰੁਤਬਾ ਉਹ ਇੱਕ ਸ਼ੇਰਨੀ ਵਰਗਾ ਸੀ। ਮੇਰੀ ਮਾਂ ਨੂੰ ਹੱਥ ਪਾਉਣ ਤੇ ਬੜੀ ਦੂਰ ਦੀ ਗੱਲ ਆ, ਮੇਰੀ ਮਾਂ ਵੱਲ ਅੱਖਾਂ ਕੱਢਣੀਆਂ ਵੀ ਕਿਸੇ ਨੂੰ ਡਰ ਲੱਗਦਾ ਹੁੰਦਾ ਸੀ ਜੀ, ਠੀਕ ਹੈ ਨਾ, ਕਿ ਮਾਂ ਮੇਰੀ ਵੱਲ ਅੱਖਾਂ ਕੱਢਣੀਆਂ ਵੀ ਡਰ ਲੱਗਦਾ ਹੁੰਦਾ ਸੀ। ਮੇਰੀ ਮਾਂ ਨੂੰ ਮੇਰੇ ਮਾਮੇ ਹੋਣੀ ਵੀ ਪਿੱਛੇ ਸਪੋਰਟ ਕਰਦੇ ਰਹੇ ਉਦੋਂ, ਠੀਕ ਆ। ਮਾਂ ਦਾ ਸਾਡਾ ਕੱਲਾ ਭਾਂਜਾ ਵਾ, ਠੀਕ ਆ ਨਾ, ਚਲੋ ਕੁਝ ਹੋ ਨਾ ਜਾਏ, ਠੀਕ ਆ। ਪਿਤਾ ਦੀ ਡੈਥ ਹੋ ਗਈ, ਇਹਨੂੰ ਨਾ ਕੁਝ ਹੋਏ, ਪਿੱਛੇ ਹੁੰਦੇ ਰਹੇ। ਤੁਹਾਨੂੰ ਪਤਾ ਪਹਿਲਾਂ ਨਵੇਂ ਪਿੱਛੇ ਹੁੰਦੇ ਪਿਤਾ ਜੀ ਦੀ ਡੈਥ ਹੋਈ ਨੂੰ ਕਿੰਨਾ ਟਾਈਮ ਹੋ ਗਿਆ? ਇਹ ਡੈਡੀ ਜੀ ਦੀ ਮੇਰੀ ਡੈਥ ਹੋਈ ਨੂੰ ਘੱਟੋ ਘੱਟ ਵੀ ਤੇ 45 ਕੁ ਸਾਲ ਹੋ ਚੱਲੇ ਆ। ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਮੇਰੀ ਉਮਰ ਹੋਣੀ ਆ ਕੋਈ 5-7 ਸਾਲ ਹੋਣੀ। 5-7 ਸਾਲ ਦੀ ਹਾਂਜੀ। ਇਸ ਲਾਈਫ ਦੇ ਵਿੱਚ ਪੈ ਗਏ। ਹਾਂ। ਤੇ ਫਿਰ ਉਹ ਰੋਟੀ ਪਾਣੀ ਦਾ ਖਰਚਾ ਕੌਣ ਕਰਦਾ ਸੀਗਾ ਜਦੋਂ ਉਹ ਫਿਰ ਤੁਹਾਡੀ ਪੜ੍ਹਾਈ ਤੱਕ ਉਹ ਦਾ ਖਰਚਾ ਜਿਹੜਾ ਸੀ? ਕੁਝ ਮੇਰੀ ਜ਼ਮੀਨ ਹੀ ਤੇ ਮੰਮੀ ਫਿਰ ਆਂਗਣਵਾੜੀ ਜਿਹੜੇ ਆਸਾ ਵਰਕਰ ਆ ਜੀ, ਉਹਨਾਂ ਵਿੱਚ ਮੰਮੀ ਨੂੰ ਨੌਕਰੀ ਮਿਲ ਗਈ ਵਿਧਵਾ ਹੋਣ ਕਾਰਨ, ਜੀ, ਤੇ ਉਹ ਥੋੜਾ ਉਧਰ ਖਰਚਾ ਜ਼ਿਆਦਾ ਹੋਣ ਲੱਗ ਪਿਆ ਸੀ। ਤੇ ਪਹਿਲਾਂ ਤੇ ਮੇਰਾ ਕੋਈ ਖਰਚਾ ਨਹੀਂ ਹੁੰਦਾ ਸੀ ਨਸ਼ੇ ਦਾ, ਕਿਉਂਕਿ ਪਹਿਲਾਂ ਤੇ ਮੈਂ ਇਧਰੋਂ ਉਧਰੋਂ ਕਰ ਲੈਣਾ ਹੁੰਦਾ ਸੀ ਖਰਚੇ ਦਾ ਨਸ਼ਾ। ਫਿਰ ਬਾਅਦ ਚੋਂ ਮੇਰੇ ਲੜਾਈਆਂ ਜ਼ਿਆਦਾ ਵੱਧਦੀਆਂ ਗਈਆਂ, ਪਰਚੇ ਲੜਾਈਆਂ ਹੋਰ ਵੱਡੇ ਤੋਂ ਵੱਡੇ ਪਰਚੇ ਪੈਣੇ ਚਾਲੂ ਹੋ ਗਏ, ਹਰ ਤਰ੍ਹਾਂ ਦਾ ਪਰਚਾ ਪਿਆ। ਮੈਂ ਤੁਹਾਡੇ ਲਾਈਫ ਦੇ ਵਿੱਚ ਹੁਣ ਤੱਕ ਦਾ ਜਿਹੜਾ ਸਭ ਤੋਂ ਵੱਡਾ ਪਰਚਾ ਹੈ ਉਹ ਕਿਹੜੀ ਧਾਰਾ ਦਾ ਸੀਗਾ? ਜਿਹੜਾ ਮੇਰੇ ਤੇ ਸਭ ਤੋਂ ਵੱਡਾ ਜਿਹੜਾ ਪਰਚਾ ਪਿਆ ਉਹ ਪਿਆ ਸੀ 302 ਦਾ, ਜੀ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਲਾਈਫ ਆ ਉਹ ਬਹੁਤ ਹੀ ਜ਼ਿਆਦਾ ਘਾਤਕ ਹੋ ਚੁੱਕੀ ਸੀ ਕਿ ਮੈਂ ਕਿਸੇ ਤੋਂ ਡਰਦਾ ਨਹੀਂ ਸੀ, ਮੈਨੂੰ ਕਿਸੇ ਨੂੰ ਕੋਈ ਡਰ ਨਹੀਂ ਮੈਨੂੰ ਲੱਗਦਾ ਹੁੰਦਾ ਸੀ। ਫਿਰ ਮੇਰੇ ਘਰਦਿਆਂ ਨੇ ਜਦੋਂ ਮੈਨੂੰ ਪੁਲਿਸ ਪੈਣੀ, ਮੈਂ ਫਿਰ ਇਕੱਲਿਆਂ ਨੇ ਕਈ ਵਾਰ ਮੈਂ ਹਜ਼ੂਰ ਸਾਹਿਬ ਗੁਜ਼ਾਰੇ ਆ। ਇਹ ਮਹੀਨਾ ਇੱਥੋਂ ਫਰਾਰ ਰਹਿਣਾ, ਪੁਲਿਸ ਮੇਰੇ ਮਗਰ ਹੋਣੀ, ਠੀਕ ਆ, ਮੈਂ ਫਰਾਰ ਰਹਿਣਾ। ਫਿਰ ਮੈਂ ਜੇਲ੍ਹਾਂ 'ਚ ਜਾਣਾ, ਮੇਰੇ ਮਾਤਾ ਨੇ ਮੇਰੀਆਂ ਜ਼ਮਾਨਤਾਂ ਕਰਾਉਣੀਆਂ, ਕਈ ਵਾਰ ਮੇਰੀ ਮਾਤਾ ਨੇ ਮੇਰੀਆਂ ਜ਼ਮਾਨਤਾਂ ਕਰਾਈਆਂ ਜੇਲ੍ਹ 'ਚੋਂ, ਠੀਕ ਆ। ਫਿਰ ਚਲੋ ਜੀ ਜਿੱਦਾਂ ਉੱਪਰ ਵਾਲੇ ਦੀ ਕਿਰਪਾ ਹੋਣੀ ਹੁੰਦੀ ਦੀ ਆ, ਤੇ ਇਦਾਂ ਹੀ ਕਰਦੇ ਫਿਰ ਮੈਨੂੰ ਜਿੱਦਾਂ ਹੀ ਮੇਰੀਆਂ ਲੜਾਈਆਂ ਹੁੰਦੀਆਂ, ਫਿਰ ਮੇਰੀ ਨਾ ਲੁਧਿਆਣੇ ਮੇਰੇ ਨਾ ਕੁਝ ਕਜ਼ਨ ਰਹਿੰਦੇ ਹੁੰਦੇ ਸੀ। ਲੁਧਿਆਣੇ ਮੇਰੇ ਕਜ਼ਨ ਉਹ ਇਕੱਲਾ ਰਹਿੰਦਾ ਹੁੰਦਾ ਸੀ, ਤੇ ਉਹ ਯੂਨੀਵਰਸਿਟੀ 'ਚ 4 ਸਾਲ ਮੈਂ ਇੱਥੋਂ ਕੁਝ ਇੱਦਾਂ ਦੇ ਕਾਂਡ ਕਰਨੇ, ਤੇ ਮੈਂ ਲੜਾਈ ਜਾਂ ਹੋਰ ਕੁਝ ਕਰਨਾ ਇੱਧਰੋਂ ਕਰਨਾ, ਮੈਂ ਉੱਥੇ ਚੱਲ ਜਾਣਾ ਲੁਧਿਆਣੇ ਚੱਲ ਜਾਣਾ ਯੂਨੀਵਰਸਿਟੀ 'ਚ। ਉੱਥੇ ਵੀ ਮੇਰੀ ਉਦਾਂ ਦੇ ਲੋਕਾਂ ਨਾਲ ਯਾਰੀ ਪਈ ਜਿਨ੍ਹਾਂ ਨਾਲ ਮਤਲਬ ਕਿ ਮੈਨੂੰ ਰਹਿਣਾ ਪਸੰਦ ਸੀ, ਜਿਹੜੇ ਉੱਥੇ ਦੇ ਮਤਲਬ ਤੁਹਾਨੂੰ ਆਪਣਾ ਫਰੈਂਡ ਸਰਕਲ ਮਿਲ ਗਿਆ? ਉੱਥੇ ਫਰੈਂਡ ਸਰਕਲ ਮਿਲ ਗਿਆ ਜਿਨ੍ਹਾਂ ਦੀ ਮਤਲਬ ਕਿ ਯੂਨੀਵਰਸਿਟੀ 'ਚ ਪੂਰੀ ਥਾੜ ਹੀ ਜਿਹਨਾਂ ਦੀ ਚੱਲਦੀ ਸੀ। ਤੇ ਯੂਨੀਵਰਸਿਟੀ ਦੀ ਗੱਲ ਕਰ? ਪਟਿਆਲਾ ਯੂਨੀਵਰਸਿਟੀ, ਇਹ ਪਟਿਆਲਾ ਕਹਿੰਦੇ ਲੁਧਿਆਣਾ ਯੂਨੀਵਰਸਿਟੀ ਐਗਰੀਕਲਚਰ, ਹਾਂ ਪੀਏਯੂ ਯੂਨੀਵਰਸਿਟੀ 'ਚ। ਫਿਰ ਉਸ ਤੋਂ ਬਾਅਦ ਮੈਂ ਮੈਂ ਇੱਥੇ ਵੱਧ ਤੋਂ ਵੱਧ 10 ਦਿਨ ਇੱਥੇ ਹੋਣਾ, ਤੇ 2 ਮਹੀਨੇ ਉੱਥੇ ਰਹਿਣਾ, 3 ਮਹੀਨੇ ਉੱਥੇ ਰਹਿਣਾ। ਉੱਥੇ ਮੇਰਾ ਸਰਕਲ ਬੜਾ ਵਧੀਆ ਹੋ ਗਿਆ ਹੈ। ਉੱਥੇ ਸਰਕਲ ਇਦਾਂ ਸੀ ਕਿ ਜਿਹਨਾਂ ਨਾਲ ਮੇਰੀ ਯਾਰੀ ਸੀ ਉਹ ਉੱਥੇ ਦਾ ਪ੍ਰਧਾਨ ਸੀ, ਉਹ ਮੁੰਡਾ ਸਾਡੇ ਇੱਥੇ ਦਾ ਧਾਰੀਵਾਲ ਦਾ ਸੀ, ਉਹਦਾ ਨਾਂ ਚਲੋ ਜੋ ਵੀ ਆ ਅੱਜ ਜਿੱਥੇ ਵੀ ਹੋਊਗਾ ਵਧੀਆ ਹੀ ਹੋਊਗਾ, ਚਲੋ ਹੁਣ ਤੇ ਮੇਲ ਨਹੀਂ ਹੋਏ ਕਦੇ। ਤੇ ਉਹ ਆਪਣੇ ਇੱਥੇ ਦਾ ਹੀ, ਉਸ ਨਾਲ ਮੇਰਾ ਬੜਾ ਪਿਆਰ ਸਰਕਲ ਹੋਣ ਲੱਗ ਪਿਆ। ਕਿੱਥੇ ਦਾ ਸੀਗਾ ਉਹ ਧਾਰੀਵਾਲ ਦਾ ਸੀ, ਤੇ ਉਹ ਉੱਥੇ ਦਾ ਪ੍ਰਧਾਨ ਸੀ ਯੂਨੀਵਰਸਿਟੀ। ਤੇ ਇੱਕ ਮੁੰਡਾ ਲੁਧਿਆਣੇ ਦਾ ਸੀ, ਉਹ ਵੀ ਉੱਥੇ ਦਾ ਪ੍ਰਧਾਨ ਸੀ। ਤੇ ਮੇਰੀ ਉਹਨਾਂ ਨਾਲ ਯਾਰੀ ਹੋ ਗਈ। ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਵੀ ਆਪਣੇ ਗੇਟ ਤੇ ਬੈਠੇ ਰਹਿਣਾ। ਆਪਣੇ ਗੇਟ ਹੁੰਦੇ ਨੇ ਯੂਨੀਵਰਸਿਟੀਆਂ ਦੇ, ਤੁਹਾਨੂੰ ਪਤਾ ਗੇਟ ਹੁੰਦੇ ਆ, 1 ਨੰਬਰ ਗੇਟ, 2 ਨੰਬਰ ਗੇਟ, ਏਦਾਂ ਆਪਾਂ ਗੇਟ ਤੇ ਬੈਠੇ ਰਹਿਣਾ। ਤੇ ਉਹਨੇ ਮੈਨੂੰ ਕਹਿਣਾ ਚੱਲ ਸਾਬੀ, ਮੇਰਾ ਉੱਥੇ ਸਾਬੀ ਨਾਂ ਲੈਂਦੇ, ਸਾਬੀ ਚੱਲ ਓਏ, ਕਦੀ ਚੀਜ਼ ਪਸੰਦ ਆਈ ਓਏ, ਬੂਟ ਪਸੰਦ ਆਏ, ਕਿਉਂਕਿ ਵੱਡੇ ਘਰਾਂ ਦੇ ਮੁੰਡੇ ਆਏ ਹੁੰਦੇ ਸੀ, ਠੀਕ ਆ। ਵੱਡੇ ਘਰਾਂ ਦੇ ਉੱਥੇ ਜਾ ਕੇ ਪਤਾ ਲੱਗਾ ਕਿ ਜੀਣਾ ਕੀ ਹੈ, ਜ਼ਿੰਦਗੀ ਕੀ ਹੈ, ਕਿਉਂਕਿ ਸ਼ਹਿਰਾਂ 'ਚ ਪਿੰਡਾਂ 'ਚ ਤੁਹਾਨੂੰ ਪਤਾ ਨਹੀਂ ਸੀ। ਉੱਥੇ ਜਾ ਕੇ ਪਤਾ ਲੱਗਾ ਫਿਰ ਇਹ ਆ ਸਾਬੀ ਕਿਤੇ ਬੂਟ ਪਸੰਦ ਆਇਆ, ਜਾਂ ਸਾਬੀ ਲਾਲਾ, ਸਾਬੀ ਦੀ ਚੈਨੀ ਪਸੰਦ ਆਈ ਆ, ਸਾਬੀ ਲਾਲਾ, ਸਾਬੀ ਨੇ ਲਾਲਾ ਨਹੀਂ। ਸਾਬੀ ਦੀ ਯੂਨੀਵਰਸਿਟੀ 'ਚ
ਧਾਰਨ ਹੋਣ ਲੱਗ ਪਈ ਕਿ ਆਹ ਮੁੰਡਾ ਉਹਨਾਂ ਨਾਲ ਰਹਿੰਦਾ ਵਾ। ਫਿਰ ਮੈਂ ਇਕੱਲੇ ਨੇ ਵੀ ਘੁੰਮਣਾ, ਇਕੱਲੇ ਨੇ ਵੀ ਫਿਰ ਮੈਨੂੰ ਠੀਕ ਹੈ ਜਿੱਥੇ ਮੈਂ ਬਹਿਣਾ ਉੱਥੇ ਮੇਰੇ ਲਾਗੇ ਆ ਕੇ ਮੁੰਡਿਆਂ ਨੇ ਬਹਿਣਾ ਕਿ ਭਾਜੀ ਸਾਨੂੰ ਆਹ ਕੰਮ ਆ ਠੀਕ ਆ। ਉੱਥੇ ਵੀ ਫਿਰ ਮੇਰੇ 4 ਸਾਲ ਇਦਾਂ ਹੀ ਮਤਲਬ ਕਿ ਉੱਥੇ ਹੀ ਫਿਰ ਮੈਨੂੰ ਜਿਹੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਖਤਰਨਾਕ ਚੀਜ਼ ਸ਼ੁਰੂਆਤ ਹੋਈ ਉੱਥੋਂ ਹੋਈ ਜੀ। ਉੱਥੋਂ ਮਤਲਬ ਕਿ ਜੇ ਤੁਸੀਂ ਜਿਹੜਾ ਚਿੱਟਾ ਸਮੈਕ ਵਗੈਰਾ ਪੀਣੀ ਹੈ ਤੁਸੀਂ ਸ਼ੁਰੂ ਕੀਤੀ, ਉਹ ਉੱਥੇ ਜਾ ਕੇ ਤੁਸੀਂ ਵਿਗੜੇ ਕਿ ਜਾਂ ਇੱਥੋਂ ਪਹਿਲਾਂ ਪੀਂਦੇ ਸੀਗੇ? ਇੱਥੇ ਸਮੈਕ ਪੀਂਦਾ ਸੀ ਮੈਂ ਜੀ। ਸਮੈਕ ਪੀਂਦਾ ਸੀ, ਚਿੱਟੇ ਦਾ ਨਹੀਂ ਪਤਾ ਸੀ। ਤੇ ਕਿੰਨੀ ਕੁ ਆਪਣੀ ਲਾਈਫ ਦੇ ਵਿੱਚ ਤੁਸੀਂ ਆਪਣੀ ਸਮੈਕ ਪੀ ਚੁੱਕੇ, ਕਿੰਨੀ ਕੁ ਮਤਲਬ ਕਿ ਆਈ ਥਿੰਕ ਜੇ ਅਸੀਂ ਪੇਮੈਂਟ ਦੀ ਗੱਲ ਕਰੀਏ, ਪੇ ਦੀ ਗੱਲ ਕਰੀਏ, ਕਿ ਕਿੰਨੇ ਕੁ ਪੈਸੇ ਤੁਸੀਂ ਫਜ਼ੂਲ ਕਰ ਚੁੱਕੇ ਸੀ? ਮੈਂ ਜੀ ਕਰੋੜਾਂ ਦੀ ਪੀ ਚੁੱਕਾ। ਤੇ ਇਹ ਸਿਰਫ ਪੈਸੇ ਜਿਹੜੇ ਸਾਰੇ ਆਪਣੇ ਫਰੋਤੀ ਕਰਦੇ ਸੀਗੇ, ਚੈਨ ਕੋਲੀ ਜਾਂ ਕੁਝ ਵੀ ਕੋਲਿਆ, ਕਿ ਜਾਂ ਆਪਦੇ ਪਰਿਵਾਰ ਤੋਂ ਹੀ ਪੈਸੇ ਇਹ ਜੀ ਮੈਂ ਆਪਣੇ ਪਰਿਵਾਰ ਤੋਂ ਬਹੁਤ ਪੈਸਾ ਲਿਆ। ਕੁਝ ਬਾਹਰ ਦੇ ਸਰਕਲ ਵੀ ਸੀ, ਕੁਝ ਮਤਲਬ ਕਿ ਏਦਾਂ ਦੇ ਕੰਮ ਨਹੀਂ ਕੀਤੇ, ਕਦੀ ਸਨੈਚਰੀ ਨਹੀਂ ਕੀਤੀ। ਤੇ ਤੁਸੀਂ ਤਾਂ ਕਿਹਾ ਕਿ ਆਪਾਂ ਸਨੈਚਰੀ ਕੀਤੀ ਹੈ ਆਪਾਂ ਤੁਸੀਂ ਮਤਲਬ ਕਿ ਉਹ ਮਤਲਬ ਕਿ ਜਿੱਦਾਂ ਮੁੰਡਿਆਂ ਜਿੱਦਾਂ ਕਿ ਬਦਮਾਸ਼ੀ ਤੌਰ ਤੇ ਲਾ ਲੈਣੀਆਂ ਕਿੱਦਾਂ, ਏਦਾਂ ਨਹੀਂ ਕਿ ਮਤਲਬ ਕਿ ਕਿੱਦਾਂ ਕਿਹਦੀ ਚੈਨੀ ਤੋੜ ਲੈਣੀ, ਉਹ ਕੰਮ ਨਹੀਂ। ਬਦਮਾਸ਼ੀ ਤੌਰ ਤੇ ਟੌਰ ਤੇ ਕਹਿੰਦੇ ਨਾ ਆਪਾਂ ਕਿ ਬਦਮਾਸ਼ੀ ਤੌਰ ਤੇ ਤੁਸੀਂ ਕਹਿ ਸਕਦੇ ਕਿ ਜਿਹੜੇ ਤੁਸੀਂ ਖੜ ਜਾਣਾ ਉੱਥੇ ਲਾ ਹੋਇਆ ਵੀ ਉਹਨੂੰ ਹਫਤਾ ਵਸੂਲੀ ਦੇ ਵਿੱਚ ਉਹ ਕੰਮ ਕਰਦਾ ਰਿਹਾ। ਲਾ ਹੋਏ ਆ ਵੀ ਲਾ ਹੋਏ ਤੇ ਉਹ ਕੰਮ ਕਰਦੇ ਰਹੇ, ਠੀਕ ਹੈ ਨਾ। ਤੇ ਕਦੀ ਸਨੈਕਚਰਸ ਨੂੰ ਚੀਨੀ ਨਹੀਂ ਕੀਤੀ ਤੇ ਬਾਕੀ ਕੰਮ ਸਾਰੇ ਘਰਦਿਆਂ ਦੇ ਕਿੰਨਾ ਕੁ ਪੈਸਾ ਜਾੜ ਚੁੱਕੇ? ਘਰਦਿਆਂ ਦਾ ਜੀ ਮੈਂ ਬਹੁਤ ਪੈਸਾ, ਘਰਦਿਆਂ ਦਾ ਤੇ ਮੈਂ ਕਰੋੜਾਂ ਦਾ ਪੈਸਾ ਜਾ ਚੁੱਕਾ। ਮੈਂ ਤੁਹਾਨੂੰ ਦੱਸਿਆ ਮੇਰਾ ਸਭ ਤੋਂ ਜ਼ਿੰਦਗੀ ਦਾ ਖਤਰਨਾਕ ਪਲ ਲੁਧਿਆਣੇ ਚਾਲੂ ਹੋਇਆ, ਜਿੱਥੋਂ ਮੈਨੂੰ ਚਿੱਟੇ ਦਾ ਪਤਾ ਲੱਗਾ ਕਿ ਚਿੱਟਾ ਵੀ ਹੈਗਾ ਕੋਈ ਜ਼ਿੰਦਗੀ। ਸਾਡੇ ਇੱਥੇ ਕਿਸੇ ਨੂੰ ਚਿੱਟੇ ਦਾ ਪਤਾ ਨਹੀਂ। ਮੈਂ ਉੱਥੋਂ ਫਿਰ ਚਿੱਟਾ ਦੀ ਸ਼ੁਰੂਆਤ ਹੋਈ, ਫਿਰ ਮੈਂ ਉੱਥੋਂ ਲਿਆ ਕੇ ਇੱਥੇ ਚਿੱਟਾ ਪੀਂਦਾ ਰਿਹਾ। ਫਿਰ ਇੱਥੇ ਜਿਹੜੇ ਮੁੰਡੇ ਪੀਂਦੇ ਸੀ ਫਿਰ ਉਹਨਾਂ ਨਾਲ ਸਰਕਲ ਜੁੜਦੇ ਗਏ ਮੇਰੇ। ਫਿਰ ਇਦਾਂ ਹੀ ਚਿੱਟੇ ਦਾ ਸਰਕਲ ਬਹੁਤ ਜ਼ਿਆਦਾ ਫੈਲ ਚੁੱਕਾ ਸੀ। ਫਿਰ ਇਦਾਂ ਹੀ ਮੇਰੀ ਜੇਲ੍ਹ ਦੇ ਵਿੱਚ ਕੁਝ ਇਦਾਂ ਦੇ ਬੰਦਿਆਂ ਨਾਲ ਯਾਰੀ ਪੈ ਗਈ ਜਿਨ੍ਹਾਂ ਦੇ ਅਸੀਂ ਬਾਰਡਰਾਂ ਤੋਂ ਚਿੱਟਾ ਚੁੱਕਣਾ ਚਾਲੂ ਕਰਤਾ। ਤੇ ਜਦੋਂ ਤੁਸੀਂ ਜੇਲ੍ਹ 'ਚ ਗਏ ਹੋ, ਹਾਂਜੀ ਉਸ ਕਿਸ ਮਸਲੇ ਵਿੱਚ, ਇਸੇ ਪੀਣ ਦੇ ਵਿੱਚ ਮਸਲੇ 'ਚ ਤੁਸੀਂ ਜੇਲ੍ਹ ਦੇ ਫਿਰ ਜੇਲ੍ਹ 'ਚੋਂ ਕਾਰੋਬਾਰ ਕਿੱਦਾਂ ਚੱਲਦਾ ਰਿਹਾ? ਜੇਲ੍ਹ 'ਚੋਂ ਵੀਰ ਜੀ ਮੈਂ ਮੁੰਡਿਆਂ ਨਾਲ ਰਹਿੰਦਾ ਰਿਹਾ। ਇਸ ਟਾਈਮ ਉਹਨਾਂ ਦੀ ਡੈਥ ਹੋ ਗਈ ਹੈ, ਬਟਾਲੇ ਦੇ ਮੁੰਡਾ ਸੀ, ਬਹੁਤ ਮਤਲਬ ਕਿ ਕਹਿੰਦਾ ਹੁੰਦਾ ਬੰਦਾ ਸੀ। ਕੀ ਨਾਮ ਸੀ? ਲਾਲਾ ਮਰ ਚੁੱਕਾ ਜੀ। ਉਹਨਾਂ ਨਾਲ ਮੈਂ ਰਹਿੰਦਾ ਹੁੰਦਾ ਉਸ ਟਾਈਮ ਜੀ। ਤੇ ਉੱਥੋਂ ਸਾਡਾ ਕਾਰੋਬਾਰ ਉਹੀ ਉੱਥੋਂ ਹੀ ਚਿੱਟੇ ਦਾ ਕਾਰੋਬਾਰ ਅੰਦਰੋਂ ਹੀ ਚੱਲਦਾ ਸੀ ਉਹਦਾ। ਉਹਨਾਂ ਨਾਲ ਮੈਂ ਰਹਿੰਦਾ ਹੁੰਦਾ ਸੀ, ਉਹ ਮੇਰਾ ਭਰਾ ਬਣਿਆ ਹੁੰਦਾ ਸੀ। ਤੇ ਉੱਥੋਂ ਫਿਰ ਚੱਲਦੇ ਫਿਰ ਘਰਦਿਆਂ ਨੇ ਜ਼ਮਾਨਤ ਕੋਲ ਨਹੀਂ, ਫਿਰ ਮੈਂ ਬਾਹਰ ਆ ਗਿਆ। ਫਿਰ ਮੈਂ ਬਾਹਰ ਆ ਕੇ ਤੇ ਇਹ ਚਿੱਟੇ ਦਾ ਸਰਕਲ ਚਲਾਉਣਾ ਚਾਲੂ ਕਰਤਾ, ਠੀਕ ਹੈ ਨਾ। ਫਿਰ ਇੱਥੇ ਮੇਰੇ ਨਾਲ ਮੁੰਡੇ ਵੀ ਜੁੜਨੇ ਚਾਲੂ ਹੋ ਗਏ। ਉਹਨਾਂ ਨੇ ਮੈਨੂੰ ਭਾਜੀ ਕਹਿ ਕੇ, ਭਾਜੀ ਸਾਡਾ ਕੰਮ, ਉਹਨਾਂ ਨੇ ਮੇਰੇ ਮੋਟਰਸਾਈਕਲ ਲੈ ਜਾਣਾ। ਮੇਰਾ ਮੋਟਰਸਾਈਕਲ ਵੇਖ ਕੇ ਹੀ ਲੋਕ ਦੰਬੜ ਜਾਂਦੇ ਹੁੰਦੇ ਸੀ ਕਿ ਆਹ ਉਹਦਾ ਮੋਟਰਸਾਈਕਲ ਆ ਗਿਆ, ਠੀਕ ਹੈ ਨਾ। ਜੇ ਮੇਰਾ ਉਹ ਮੋਟਰਸਾਈਕਲ ਅੱਜ ਵੀ ਹੈਗਾ ਤੁਹਾਡੇ ਕੋਲ? ਨਹੀਂ, ਉਹ ਮੋਟਰਸਾਈਕਲ ਆਉਣਾ ਨਹੀਂ, ਉਹ ਵੇਚ ਦਿੱਤਾ। ਕਿਉਂਕਿ ਮੇਰੇ ਘਰਦਿਆਂ ਨੇ ਨਾ ਮੇਰੇ ਸ਼ੌਂਕ ਪੂਰੇ ਕੀਤੇ। ਮੈਨੂੰ ਕਦੀ ਉਹ ਚੀਜ਼ ਨਹੀਂ, ਮੈਨੂੰ ਮੈਂ ਜੇ ਕੰਨਵਾਂਜੀ ਜਿਹੜੀ ਕਿਸੇ ਨੇ ਚੀਜ਼ ਨਹੀਂ ਲਈ, ਮੈਨੂੰ ਉਹ ਚੀਜ਼ ਲੈਣ ਦਾ ਸ਼ੌਂਕ ਹੁੰਦਾ ਸੀ ਕਿ ਜਿਹੜੀ ਕਿਸੇ ਨੇ ਨਾਲ ਲਈ ਹੋਏ ਉਹ ਲੈਣੀ। ਤੇ ਘਰਦਿਆਂ ਨੇ ਲੈ ਕੇ ਵੀ ਦੇਣੀ ਮੇਰੀ ਮਾਤਾ ਨੇ। ਮੇਰੀ ਮਾਤਾ ਨੇ ਕਿਸੇ ਵੀ ਚੀਜ਼ ਦੀ ਕਮੀ, ਸਿਰਫ ਇੱਕ ਮੈਨੂੰ ਨਸ਼ੇ ਨੇ ਬਹੁਤ ਜ਼ਿਆਦਾ ਮਾਰ ਦਿੱਤਾ ਸੀ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਜੇਲ੍ਹ 'ਚ ਚਲੇ ਗਏ, ਉੱਥੇ ਵੀ ਨਸ਼ਾ ਫਿਰ ਪੀਂਦੇ ਸੀਗੇ ਤੇ ਹੋਰ ਵੇਚਦੇ ਵੀ ਸੀਗੇ ਉੱਥੇ ਨਸ਼ਾ ਪੀਂਦੇ ਸੀ। ਘਰਦਿਆਂ ਦੇ ਕੋਲੋਂ ਮੈਂ ਖਰਚਾ ਮੰਗਵਾਉਂਦਾ ਸੀ ਬੜੇ ਤਰ੍ਹਾਂ, ਕਦੀ ਕੋਈ ਬਹਾਨਾ ਲਾ ਦੇਣਾ ਕੋਈ, ਕਿਉਂਕਿ ਕੋਈ ਉੱਥੇ ਘਰ ਦਾ ਤੇ ਹੁਣ ਬੈਠਾ ਨਹੀਂ ਸੀ, ਠੀਕ ਆ। ਉੱਥੇ ਹੁਣ ਕੁਝ ਸਰਕਲ ਅੰਦਰ ਵੀ ਜੋੜਨਾ ਪੈਂਦਾ ਸੀ। ਜੇ ਥੋੜਾ ਟਾਈਮ ਚੱਲ ਵੀ ਗਿਆ 1-2 ਮਹੀਨੇ ਤੇ ਕੁਝ 1-2 ਮਹੀਨੇ ਘਰਦਿਆਂ ਕੋਲ ਵੀ ਪੈਸੇ ਮੰਗਾਉਣੇ ਪੈਂਦੇ ਸੀ। ਤੇ ਇਸ ਲਈ ਉੱਥੇ ਸਰਕਲ ਆਪਣੇ ਕੋਲ ਵੀ ਚੱਲ ਜਾਂਦਾ ਸੀ, ਪਰ ਘਰਦਿਆਂ ਤੋਂ ਵੀ ਪੈਸੇ ਮੰਗਵਾਉਣੇ ਪੈਂਦੇ ਹੁੰਦੇ ਸੀ। ਤੇ ਜਦੋਂ ਤੁਸੀਂ ਹੁਣ ਜਿਹੜੀ ਤਸਕਰੀ ਸੀਗੀ ਉੱਥੇ ਚਾਲੂ ਕੀਤੀ, ਫਿਰ ਕਿਸ ਤਰੀਕੇ ਨਾਲ ਚਾਲੂ ਕੀਤੀ ਸੀਗੀ ਉੱਥੇ ਤਸਕਰੀ ਜਿਹੜੀ ਤੁਸੀਂ ਕਰਦੇ? ਉੱਥੇ ਮੈਂ ਤੁਹਾਨੂੰ ਦੱਸਿਆ ਮੁੰਡਾ ਜਿਹੜਾ ਲਾਲਾ ਹੁੰਦਾ ਰਿਹਾ, ਉਹਦਾ ਸੀ, ਉਹਦੀਆਂ ਚੀਜ਼ਾਂ ਹੀ ਮੈਂ ਅੱਗੇ ਸਪਲਾਈ ਕਰਦਾ ਹੁੰਦਾ ਸੀ। ਸਪਲਾਇਰ ਮੈਂ ਹੁੰਦਾ ਸੀ ਉਹਦਾ ਜੇਲ੍ਹ 'ਚ, ਠੀਕ ਹੈ ਨਾ। ਉਹਦੇ ਨਾਲ ਮੈਂ ਅੱਗੇ ਕੰਮ ਕਰਦਾ ਸੀ। ਉਸ ਤੋਂ ਬਾਅਦ ਮੇਰੀ ਫਿਰ ਜਿਹੜੇ ਟੌਪ ਦੇ ਕਹਿੰਦੇ ਆ ਗੁੰਡੇ, ਉਹਨਾਂ ਦੇ ਵਿੱਚ ਵੀ ਮੇਰਾ ਸਰਕਲ ਵੱਧ ਗਿਆ ਹੌਲੀ ਕਰਦੇ ਉਹਨਾਂ ਵਿੱਚ। ਫਿਰ ਮੇਰੇ ਘਰਦਿਆਂ ਨੇ ਵੇਖਿਆ ਕਿ ਇਹਦੇ ਹਾਲਾਤ, ਫਿਰ ਮੈਂ ਇੱਥੇ ਆ ਚੁੱਕਾ। ਜਦੋਂ ਘਰੋਂ ਮੈਂ ਇੱਥੇ ਆ ਗਿਆ, ਜਦੋਂ ਘਰਦਿਆਂ ਨੇ ਮੈਨੂੰ ਜੇਲ੍ਹ 'ਚੋਂ ਛੁਡਾ ਕੇ ਲਿਆਂਦਾ, ਇੱਥੇ ਮੇਰੇ ਹਾਲਾਤ ਬਹੁਤ ਚਿੱਟਾ ਪੀ ਕੇ ਵਿਗੜ ਚੁੱਕੇ ਸੀ। ਤੇ ਤੁਸੀਂ ਜ਼ਮਾਨਤੀ ਆਏ ਸੀ? ਹਾਂ, ਜ਼ਮਾਨਤੀ ਆਇਆ।
ਮੇਰੇ ਹਾਲਾਤ ਕਿੰਨੇ ਇਹ ਟਾਈਮ ਦੀ ਗੱਲ ਜ਼ਮਾਨਤ ਜਦੋਂ ਆਏ ਸੀਗੇ? ਜੀ ਅੱਜ ਤੋਂ ਲਾ ਲਓ ਤੁਸੀਂ 7 ਸਾਲ ਦੀ ਗੱਲ ਪਹਿਲਾਂ ਨਹੀਂ 8 ਸਾਲ 9 ਸਾਲ ਦੀ ਗੱਲ ਲਾ ਲਓ ਪਹਿਲਾਂ ਜੀ। ਉਸ ਤੋਂ ਬਾਅਦ ਫਿਰ ਚੱਲਦਾ ਗਿਆ ਕਿ ਚਿੱਟੇ ਦੀ ਸਪੀਡ ਵੱਜ ਗਈ ਤੇ ਚਿੱਟੇ ਦੀ ਸਪੀਡ ਮੇਰੀ ਚੱਲਦੀ ਗਈ। ਫਿਰ ਮੇਰੇ ਘਰਦਿਆਂ ਕੋਲ ਰੋਜ਼ ਮੈਂ 4-4000 ਰੁਪਇਆ ਲੈਣਾ ਚਿੱਟਾ ਪੀਣ ਵਾਸਤੇ। ਜਦੋਂ ਜੇਲ੍ਹ ਤੋਂ ਤੁਸੀਂ ਇੱਥੇ ਵੀ ਆ ਕੇ ਜ਼ਮਾਨਤ ਤੇ ਫਿਰ ਵੀ ਪੀਂਦੇ ਰਹੇ? ਹਾਂ, ਤੇ ਮੇਰੀ ਨਾ ਫਿਰ ਹੈਬਿਟ ਮੇਰੀ ਇਹ ਹੋ ਗਈ ਕਿ ਯਾਰ ਕਿਸੇ ਕੋ ਮੰਗ ਕੇ ਨਹੀਂ ਕਿਤੇ ਦੇ ਅੱਗੇ ਹੱਥ ਨਹੀਂ ਮੰਗਣਾ, ਖੋਹ ਲੈਣਾ ਵਾ, ਹੱਥ ਨਹੀਂ ਅੱਡਣਾ। ਇਦਾਂ ਦਾ ਤੁਹਾਡਾ ਰੁਤਬਾ ਹੋ ਗਿਆ? ਰੁਤਬਾ ਹੋ ਗਿਆ ਕਿ ਹੱਥ ਨਹੀਂ ਅੱਡਣਾ, ਕਿਤੇ ਅੱਗੇ ਖੋਣਾ ਵਾ। ਠੀਕ ਆ, ਜੇ ਖੋ ਕੇ ਮਿਲ ਗਿਆ ਠੀਕ ਆ, ਨਹੀਂ ਤੇ ਘਰਦਿਆਂ ਕੋ ਰੋਜ਼ 4000 ਆਪਣੀ ਮੰਮੀ ਕੋ ਲੈਣਾ। ਸਿਸਟਰ ਮੇਰੀ ਵੀਡੀਓ ਬਲਾਗ ਚ ਲੱਗੀ ਐ, ਅਫਸਰ ਆ ਵੱਡੀ, ਤੇ ਉਹਨਾਂ ਕੋ ਲੈ ਜਾ, ਵੱਖਰੇ ਲੈ ਜਾ। ਇੱਥੋਂ ਲੈ ਕੇ ਕਈ ਵਾਰ ਮੈਨੂੰ ਘਰਦਿਆਂ ਨੇ ਚੁੱਕ ਕੇ ਵੀ ਲਿਆਂਦਾ ਵਾ ਨਸ਼ੇ ਦੇ ਹਾਲਾਤਾਂ 'ਚ। ਇੰਨਾ ਕੁ ਮੈਂ ਚਿੱਟੇ ਦਾ ਫਿਰ ਆਪਣੇ ਪੀਣ ਦੀ ਖਾਤਰ ਮੈਂ ਵੇਚਣਾ ਵੀ ਚਾਲੂ ਕਰਤਾ। ਠੀਕ ਆ, ਵੇਚਣਾ ਵੀ, ਚਿੱਟਾ ਵੇਚਣਾ ਵੀ, ਪੀਣਾ ਵੀ। ਤੇ ਏਦਾਂ ਹੀ ਫਿਰ ਮੇਰਾ ਨਾ ਸਰਕਲ ਜਿਹੜਾ ਇਹ ਚੱਲਦਾ ਗਿਆ ਜੀ। ਬਹੁਤ ਮੇਰੇ ਹਾਲਾਤ, ਮੇਰੇ ਘਰਦਿਆਂ ਨੇ ਮੈਨੂੰ ਸੈਂਟਰ 'ਚ ਚੁਕਾਤਾ। ਫਿਰ ਸੈਂਟਰ ਤੇ ਕਦੋਂ ਤੁਸੀਂ ਗਏ ਸੀਗੇ? ਸੈਂਟਰ 'ਚੋਂ ਮੈਂ ਅੱਜ ਤੋਂ 3 ਸਾਲ ਪਹਿਲਾਂ ਗਿਆ ਜੀ। ਅੱਜ ਤੋਂ 3 ਸਾਲ ਮੈਂ ਪਹਿਲਾਂ ਸੈਂਟਰ 'ਚ ਗਿਆ ਸੀ। ਤੇ ਉੱਥੇ ਫਿਰ ਮੈਨੂੰ ਘਰਦਿਆਂ ਨੇ 4 ਮਹੀਨੇ ਉੱਥੇ ਰਖਾਇਆ ਸੀ। ਫਿਰ ਉਹਨਾਂ ਨਾਲ ਹੀ ਮੇਰੀ ਭਾਈ ਵਾਲੀ ਸੈਂਟਰ 'ਚ ਪੈ ਗਈ ਜੀ। ਤੇ ਉੱਥੋਂ ਹੀ ਫਿਰ ਉਹਨਾਂ ਨੇ ਮੈਨੂੰ ਕੋਰਸ ਸਿਖਾਤਾ। ਠੀਕ ਆ, ਫਿਰ ਮੈਂ ਚੰਡੀਗੜ੍ਹ ਕੋਰਸ ਕਰਨ ਜਾਂਦਾ ਰਿਹਾ ਇਹਦਾ, ਕਾਉਂਸਲਿੰਗ ਦਾ, ਨਸ਼ੇ ਦਾ। ਨਹੀਂ, ਜਦੋਂ ਤੁਸੀਂ ਸੈਂਟਰ 'ਚ ਤੁਹਾਨੂੰ ਭਰਤੀ ਕੀਤਾ ਹੈ, ਹਾਂਜੀ, ਉੱਥੇ ਘਰਦਿਆਂ ਨੇ ਭਰਤੀ ਕਰਾਇਆ, ਹਾਂਜੀ। ਉੱਥੋਂ ਭੱਜੇ ਤੇ ਨਹੀਂ ਤੁਸੀਂ ਤੇ ਜਾਂ ਕੋਈ ਕੋਸ਼ਿਸ਼ਾਂ ਬੜੀਆਂ ਕੀਤੀਆਂ, ਬਹੁਤ ਕੀਤੀਆਂ ਕੋਸ਼ਿਸ਼ਾਂ ਬਹੁਤ ਬਹੁਤ ਕੀਤੀਆਂ ਕਿ ਕਿਸੇ ਤਰੀਕੇ ਨਾਲ ਬਾਹਰ ਨਿਕਲ। ਤੁਹਾਡੀ ਲਾਈਫ ਦਾ ਉਹ ਪਹਿਲਾ ਹੀ ਸੈਂਟਰ ਸੀਗਾ? ਨਾ, ਮੇਰੀ ਲਾਈਫ ਦਾ ਘੱਟੋ ਘੱਟ ਵੀ ਤੇ 6ਵਾਂ ਜਾਂ 7ਵਾਂ ਸੈਂਟਰ ਹੋਣਾ। ਮਤਲਬ ਕਿ ਜਿਹੜਾ ਤੁਹਾਡੇ ਮਾਪਿਆਂ ਨੇ ਪਹਿਲਾ ਸੈਂਟਰ ਕੀਤਾ ਉੱਥੇ ਤੁਸੀਂ ਭੱਜ ਗਏ ਸੀਗੇ? ਨਹੀਂ, ਪਹਿਲਾ ਸੈਂਟਰ ਤੇ ਜੀ ਮੈਂ 6-7 ਸਾਲ ਮੈਂ ਉੱਥੇ ਰਿਹਾ। 6-7 ਮਹੀਨੇ ਮੈਂ ਅੰਦਰ ਰਿਹਾ ਉੱਥੇ। ਉਦੋਂ ਤੇ ਮੈਂ ਤੁਹਾਨੂੰ ਦੱਸਣਿਆ, ਉਦੋਂ ਤੇ ਮੇਰੀ ਉਮਰ ਹੋਣੀ ਆ 19 ਸਾਲ ਹੋਣੀ ਹੈ। ਅੱਛਾ ਜੀ। ਜਦੋਂ ਮੈਂ ਉਹ ਸੈਂਟਰ ਉੱਥੇ ਕੱਟਿਆ। ਅੱਛਾ, ਸੈਂਟਰ ਦੀ 19 ਸਾਲ ਦੇ ਵਿੱਚ ਕਰ ਹਾਂ, ਫਿਰ ਮੇਰੇ ਹਾਲਾਤ ਤੁਹਾਨੂੰ ਦੱਸਿਆ, ਜੇਲ੍ਹ ਸੈਂਟਰ ਘਰ ਤੇ ਮੇਰੇ ਹਾਲਾਤ ਹੀ ਰਹਿਣ ਵਾਲੇ ਨੇ। ਜਿਹੜੇ 7-8 ਸਾਲ ਆ, ਉਸ ਤੋਂ 19 ਸਾਲ ਤੋਂ ਲੈ ਕੇ ਅੱਜ ਤੱਕ ਦੀ ਲਾਈਫ ਦੀ ਉਮਰ ਦਾ ਜਿਹੜਾ ਤਜਰਬਾ ਹੈ ਤੁਹਾਡਾ, ਤੇ ਉਹ ਮਤਲਬ ਕਿ ਕੋਈ ਜੇਲ੍ਹ ਤੋਂ ਕੋਈ ਸੈਂਟਰ ਦੇ ਵਿੱਚ ਕੱਟ ਲਿਆ ਸੈਂਟਰ ਦੇ ਵਿੱਚ। ਹਾਂਜੀ। ਤੇ ਕਈ ਵਾਰ ਤੁਸੀਂ ਮਤਲਬ ਕਿ ਸਮਗਲਿੰਗ ਵੀ ਕੀਤੀ ਆ, ਤੇ ਹਰ ਬੜਾ ਕੁਝ ਆਪਣੀ ਲਾਈਫ 'ਚ ਕੀਤਾ ਸਭ ਕੁਝ ਕੀਤਾ। ਤੇ ਹੁਣ ਦੇ ਜਿਹੜੇ ਮੌਜੂਦਾ ਹਾਲਾਤ ਸੀਗੇ, ਇਹ ਕਦੋਂ ਦੇ ਤੁਹਾਡੇ ਤੇ ਕਲੀਅਰਨੈਸ ਤੁਹਾਨੂੰ ਮਿਲ ਚੁੱਕੀ ਆ, ਤੇ ਕਿਹੜੇ ਹਾਲਾਤਾਂ 'ਚ ਦੌਰ 'ਚ ਤੁਸੀਂ ਕੰਪਲੀਟ ਕਰ ਚੁੱਕੇ? ਇਹ ਹੁਣ ਜਦੋਂ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਮੇਰੇ ਘਰਦਿਆਂ ਨੇ ਮੈਨੂੰ ਸੈਂਟਰ 'ਚ ਚੁਕਾਇਆ, ਫਿਰ ਮੇਰੀ ਉੱਥੇ ਹਿੱਸਾਦਾਰੀ ਪੈ ਗਈ ਕਿ ਸੈਂਟਰ 'ਚ ਅਸੀਂ 3 ਭਾਈਵਾਲ ਸੀ। ਤੇ ਉਸ ਤੋਂ ਬਾਅਦ ਮੈਂ ਮਤਲਬ ਕਿ ਉੱਥੇ ਹੀ ਰਹਿਣਾ ਚਾਲੂ ਕਰਤਾ। ਮੈਂ ਇੱਥੇ ਆਉਣਾ ਨਹੀਂ ਬੰਦ ਕਰਤਾ। ਮੈਂ ਇਹਦੀ ਕਲੀਨ ਚਿਪ ਹੋ ਗਈ, ਕੋਈ ਨਸ਼ਾ ਨਹੀਂ, ਕੋਈ ਕੁਝ ਨਹੀਂ। ਤੇ ਫਿਰ ਮਨ ਕਿੱਦਾਂ ਬਣਾਇਆ ਉੱਥੇ, ਕਿੱਦਾਂ ਮਤਲਬ ਕਿ ਨਸ਼ਾ ਛਡਾਉਂਦੇ ਆ? ਕਿਉਂਕਿ ਸਾਡੇ ਰਿਕਾਰਡ ਦੇ ਉੱਤੇ ਰਿਕਾਰਡ ਹੋ ਰਿਹਾ, ਕਿਉਂਕਿ ਕੋਈ ਬੰਦਾ ਛੱਡਣਾ ਚਾਹੁੰਦੇ, ਬਹੁਤ ਸਾਰੇ ਲੋਕਾਂ ਨੇ ਸੈਂਟਰ ਜੁਆਇਨ ਕੀਤੇ ਆ ਪਰ ਉਹ ਨਹੀਂ ਛੱਡ ਪਾਉਂਦੇ। ਉਹ ਕੀ ਕਾਰਨ ਆ? ਤੁਸੀਂ ਥੋੜਾ ਜਿਹਾ ਐਕਸਪੀਰੀਅੰਸ ਸ਼ੇਅਰ ਕਰੋ, ਕਿਉਂਕਿ ਤੁਸੀਂ ਉਸ ਲਾਈਫ ਨੂੰ ਇੰਨਾ ਤੁਸੀਂ ਆਪਦਾ ਜਿਹੜਾ ਤਸ਼ੱਦਦਾਂ ਕੀਤੀਆਂ ਨੇ, ਤੁਸੀਂ ਜੁਰਮ ਕੀਤੇ ਨੇ, ਹਨਾ, ਬੜਾ ਕੁਝ ਹੋਇਆ, ਸਾਰਾ ਹੋਈਆਂ, ਪਰਚੇ ਕਟੋਏ, ਥਾਣੇ 'ਚ ਗਏ, ਹਨਾ, ਤਸਕਰੀਆਂ ਕੀਤੀਆਂ, ਤੇ ਉਸ ਚੀਜ਼ ਨੂੰ ਇੰਨੀ ਆਸਾਨੀ ਨਾਲ ਛੱਡਣਾ ਕੋਈ ਸੌਖੀ ਗੱਲ ਤਾਂ ਨਹੀਂ ਆ। ਬਿਲਕੁਲ। ਤੇ ਉਸ ਲਾਈਫ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਕੀ ਮੈਸੇਜ ਦੇਣਾ ਭਾਜੀ? ਬਿਲਕੁਲ ਸੌਖੀ ਗੱਲ ਨਹੀਂ ਆ। ਇੱਕ ਤੇ ਕਹਿੰਦੇ ਨਾ, ਲੋਕੀ ਨੇ ਕਹਾਵਤ ਪਾਈ ਆ ਕਿ ਮੱਛੀ ਪੱਥਰ ਚੱਟ ਕੇ ਵਾਪਸ ਆ ਜੇ ਤੇ ਕੋਈ ਗੱਲ ਨਹੀਂ ਹੈ। ਤੇ ਮੈਂ ਉਹ ਬੰਦਾ ਸੀ, ਮੈਂ ਕਹਿੰਦਾ ਮੈਂ ਹੀ ਪੱਥਰ ਵੀ ਪਾੜਤੇ, ਅਸੀਂ ਉਹ ਮਸੀਹ ਸੀ ਜੀ। ਮੈਂ ਉਹ ਮਸੀਹ ਸੀ ਜਿਹਨੇ ਉਹ ਪੱਥਰ ਵੀ ਪਾੜਤੇ ਸੀ ਕਿ ਅਸੀਂ ਅਗਲਾ ਸਵਾਦ ਵੀ ਲੈ ਕੇ ਆਉਣਾ ਕਿ ਪੱਥਰ ਤੋਂ ਪਾਰ ਕਿਹੜਾ ਸਵਾਦ ਆ। ਪਰ ਮਿਲਿਆ ਕੁਝ ਨਹੀਂ। ਫਿਰ ਉਹ ਸੈਂਟਰ ਦੇ ਵਿੱਚ ਵੀ ਇਹ ਗੱਲ ਹੁੰਦੀ ਜੇ ਮਨ ਦੀ, ਇਸ ਮਨ ਦੀ। ਆਪਾਂ ਕੋਈ ਵੀ ਦਵਾਈਆਂ ਖਾ ਲਈਏ, ਕੁਝ ਵੀ ਖਾ ਲਈਏ, ਮੈਂ ਜਿਹੜਾ ਮੇਰਾ ਤਜਰਬਾ ਉਹ ਇਹ ਗੱਲ ਕਹਿੰਦਾ ਬਿਲਕੁਲ ਨਹੀਂ ਆਪਾਂ ਛੱਡ ਸਕਦੇ, ਨਾ ਹੀ ਦਵਾਈਆਂ ਦੇ ਤੌਰ ਤੇ ਛੱਡ ਸਕਦੇ। ਹਾਂ, ਇੱਕ ਸਾਨੂੰ ਕੋਈ ਜਰੀਆ ਹੁੰਦਾ ਉਹ ਕਿ ਸਾਡੀਆਂ ਦਰਦਾਂ ਇਹ ਘੱਟ ਹੋ ਜਾਂਦੀਆਂ। ਦਵਾਈਆਂ ਤਾਂ ਫਿਰ ਨਸ਼ਾ ਹੀ ਹੁੰਦਾ ਹੀ ਆ, ਇੱਕ ਨਸ਼ਾ ਹੀ ਆ, ਉਹ ਛੱਡ ਕੇ ਦੂਸਰਾ ਨਸ਼ਾ ਹੁੰਦਾ ਦਵਾਈਆਂ। ਜਿਹੜਾ ਸੈਂਟਰ ਹੁੰਦਾ, ਸੈਂਟਰ 'ਚ ਸਾਨੂੰ ਕਾਉਂਸਲਿੰਗ ਦੱਸੀ ਜਾਂਦੀ ਹੈ ਪਰ ਉਹਦੇ ਵੱਲ ਧਿਆਨ ਨਹੀਂ ਜਾਂਦਾ ਸਾਡਾ।
ਜਿਹੜੇ ਵੀ ਭਾਵੇਂ ਸਾਡੇ ਸੇਮ ਹੀ ਨੇ। ਸੈਂਟਰ 'ਚ ਕਿਹੜੀ ਐਕਟੀਵਿਟੀਆਂ ਕਰਾਉਂਦੇ ਨੇ ਕਿ ਜਿਹੜਾ ਦਿਮਾਗ ਜਿਹੜਾ ਵਾ ਉਹ ਡਾਇਵਰਟ ਹੋ ਜਾਂਦਾ ਉਸ ਨਸ਼ੇ ਤੋਂ? ਸਵੇਰ ਤੋਂ ਸੈਂਟਰ ਦਾ ਆਪਣੇ ਮੈਂ ਸੈਂਟਰ ਕੱਟਿਆ ਵੀ ਆ ਤੇ ਸੈਂਟਰ ਦਾ ਐਮਡੀ ਵੀ ਰਿਹਾ ਹਾਂ ਜੀ। ਦੇਖੋ ਜੇ ਉਹ ਸੈਂਟਰ ਹੁੰਦਾ ਨਾ, ਸੈਂਟਰ ਦੇ ਵਿੱਚ ਸਵੇਰ ਤੋਂ ਬੰਦਾ ਆਪਾਂ 7 ਵਜੇ ਠਾਲ ਦੇਣਾ ਵਾ। 7 ਵਜੇ ਹੀ ਬੰਦਾ ਠਾਲ ਕੇ ਸਵੇਰੇ ਪਾਠ ਕਰਾਉਣਾ ਵਾ, ਪਹਿਲਾਂ ਨਵਾ ਦੇਣਾ ਉਹਨਾਂ ਨੂੰ, ਠੀਕ ਆ, ਫਿਰ ਉਹਨਾਂ ਨੂੰ ਪਾਠ ਕਰਾਉਣਾ ਵਾ, ਫਿਰ ਉਹ ਤੋਂ ਪਾਠ ਕਰਾ ਕੇ ਉਸ ਤੋਂ ਬਾਅਦ ਯੋਗੇ ਤੋਂ ਬਾਅਦ ਫਿਰ ਉਹਨਾਂ ਕੋ ਮੁੜ ਕੇ ਉਹਨਾਂ ਨੂੰ ਕੁਝ ਟਾਈਮ ਟੀਵੀ ਦੇਖਣ ਲਈ ਦੇ ਦੇਣਾ ਵਾ। ਮਤਲਬ ਕਿ ਉਹਨਾਂ ਦਾ ਪੂਰਾ ਟਾਈਮ ਟੇਬਲ ਬਣਿਆ ਹੋਣਾ, ਠੀਕ ਆ। ਫਿਰ ਉਸ ਤੋਂ ਬਾਅਦ ਉਹਨਾਂ ਦੀ ਕਲਾਸ ਲੱਗਣੀ ਹੈ ਜਿਹਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਣਾ ਜੀਆਰਟੀ ਹੁੰਦੀ ਆ, ਜਿਹਨੂੰ ਕਹਿੰਦੇ ਆ ਨਸ਼ੇ ਦਾ ਗ੍ਰੰਥ। ਜੀਆਰਟੀ ਜੀ ਜਸਟ ਫॉर ਟੂਡੇ, ਜਸਟ ਫॉर ਟੂਡੇ, ਅੱਜ ਦਾ ਦਿਨ, ਸਿਰਫ ਅੱਜ ਦਾ ਦਿਨ, ਜਸਟ ਫॉर ਟੂਡੇ। ਹਾਂ, ਉਹਨਾਂ ਦਾ ਕਹਿਣ ਦਾ ਮਤਲਬ ਆ ਸਿਰਫ ਅਸੀਂ ਗੱਲ ਕਰਨੀ ਆ ਸਿਰਫ ਅੱਜ ਦਾ ਦਿਨ। ਅਸੀਂ ਅੱਜ ਦਾ ਦਿਨ ਨਸ਼ਾ ਨਹੀਂ ਕਰਨਾ, ਕੱਲ ਵੇਖੀ ਜਾਊਗੀ। ਜਿਹੜੇ ਸੈਂਟਰ ਵਾਲਿਆਂ ਦੇ ਜਿੱਥੇ ਵੀ ਆਪਾਂ ਸੈਂਟਰ ਜਾਵਾਂਗੇ ਉੱਥੇ ਸਿਰਫ ਤੁਹਾਨੂੰ ਇੱਕੋ ਗੱਲ ਦੱਸੀ ਜਾਊਗੀ, ਸਿਰਫ ਅੱਜ ਦਾ ਦਿਨ, ਠੀਕ ਹੈ, ਜਸਟ ਫॉर ਟੂਡੇ। ਉੱਥੇ ਫਿਰ ਜਿੱਦਾਂ ਕਰਦੇ ਜਿੱਦਾਂ ਵੀ ਮੇਰੇ ਤੇ ਸਮਾਂ ਆਉਣਾ ਸੀ, ਠੀਕ ਹੈ ਨਾ, ਉਹ ਫਿਰ ਕਰਦੇ ਹਾਲਾਤ ਜਿਹੜੇ ਮੇਰੇ ਸੈਂਟਰ ਤੋਂ ਬਾਅਦ ਫਿਰ ਮੇਰੀ ਜਿਹੜੀ ਵਾਈਫ ਆ ਤੇ ਮੇਰੀ ਲਵ ਮੈਰਿਜ ਹੋਈ ਸੀ। ਮਤਲਬ ਕਿ ਵਿਆਹ ਕਦੋਂ ਕਰਾਇਆ ਸੀ ਜਦੋਂ ਤੁਸੀਂ ਸਾਰੇ ਹਾਲਾਤਾਂ ਦੇ ਵਿੱਚੋਂ ਨਿਕਲ ਗਏ ਸੀ? ਨਹੀਂ ਮੈਂ ਤੁਹਾਨੂੰ ਦੱਸਦਾ, ਉਸ ਟਾਈਮ ਮੈਂ ਸੈਂਟਰ 'ਚ ਹੀ, ਓਏ ਸੈਂਟਰ ਮੇਰਾ ਖੁਦ ਦਾ ਹੀ, ਮੈਂ ਸੈਂਟਰ ਦਾ ਐਮਡੀ ਉਸ ਟਾਈਮ। ਜਦੋਂ ਤੁਸੀਂ ਵਿਆਹ ਕਰਾਇਆ ਉਦੋਂ ਛੱਡ ਚੁੱਕੇ ਸੀ? ਹਾਂ ਬਿਲਕੁਲ, ਉਦੋਂ ਮੈਂ ਬਿਲਕੁਲ ਕਲੀਨ ਸੀ। ਕਿੰਨੇ ਚਿਰ ਤੋਂ ਬਾਅਦ ਤੁਸੀਂ ਐਮਡੀ ਬਣੇ ਜੋ ਛੱਡ ਕੇ? ਜਦੋਂ ਨਸ਼ਾ 9 ਮਹੀਨੇ ਛੱਡ ਕੇ ਫਿਰ ਮੈਂ ਐਮਡੀ ਬਣ ਗਿਆ। ਮਤਲਬ ਕਿ ਉਸੇ ਸੈਂਟਰ ਦੇ ਵਿੱਚ, ਉਸੇ ਸੈਂਟਰ ਦਾ ਐਮਡੀ ਬਣ ਗਿਆ ਸੀ। ਮਤਲਬ ਕਿ ਉਹਨਾਂ ਨੇ ਤੁਹਾਨੂੰ ਅਪਰੋਚ ਕੀਤੀ ਜਾਂ ਤੁਸੀਂ ਅਪਰੋਚ ਕੀਤੀ ਸੀ? ਉਹਨਾਂ ਨੇ ਮੈਨੂੰ ਅਪਰੋਚ ਕੀਤੀ, ਠੀਕ ਹੈ, ਕਿਉਂਕਿ ਮੇਰੇ ਵਿੱਚ ਉਹਨਾਂ ਨੂੰ ਕੁਝ ਗੁਣ ਦਿਖੇ। ਬਿਲਕੁਲ ਜੀ, ਕਿ ਮਤਲਬ ਕਿ ਇੰਨੇ ਤਕਲੀਫ ਇਹਨਾਂ ਨੇ ਛੱਡ ਦਿੱਤਾ, ਇੰਨੀ ਲਾਈਫ ਨੂੰ ਕੀਤਾ ਵਾ, ਉਹ ਉਹਨਾਂ ਨੇ ਤੁਹਾਡੇ 'ਚ ਕਾਬਲੀਅਤ ਦੇਖੀ ਕਿ ਇਹ ਬੰਦਾ ਛੱਡ ਸਕਦਾ ਤੇ ਇਹ ਬੰਦਾ ਛਡਵਾ ਵੀ ਸਕਦਾ। ਬਿਲਕੁਲ, ਇਹੀ ਕਾਬਲੀਅਤ ਉਹਨਾਂ ਨੇ, ਇਹ ਕਾਬਲੀਅਤ ਵੇਖੀ ਕਿ ਇਹ ਬੰਦਾ ਛਡਵਾ ਸਕਦਾ ਜੀ, ਠੀਕ ਹੈ ਨਾ। ਉਹਨਾਂ ਨੇ ਮੇਰੇ ਨਾਲ ਭਾਈਵਾਲੀ ਪਾਲੀ, ਫਿਰ ਉੱਥੇ ਕਰਦੇ ਮੇਰੀ ਲਵ ਮੈਰਿਜ ਹੋ ਗਈ। ਲਵ ਮੈਰਿਜ ਜਿੱਦਾਂ ਮੇਰੀ ਹੋ ਗਈ, ਫਿਰ ਲਵ ਮੈਰਿਜ ਤੇ ਮੈਂ ਇੱਥੇ ਆਪਣੇ ਪਿੰਡ ਆਇਆ ਤੇ ਉਸੇ ਟਾਈਮ ਲੋਕਡਾਊਨ ਲੱਗ ਗਿਆ। ਕਿ ਤੁਹਾਡੀ ਰੀਸੈਂਟਲੀ ਫਿਰ ਮੈਰਿਜ ਹੋਈ ਹੈ ਹੁਣ? ਹਾਂਜੀ ਜੀ। ਤੇ ਫਿਰ ਲੋਕਡਾਊਨ ਲੱਗ ਗਿਆ। ਲੋਕਡਾਊਨ ਦੇ ਜਾਂ ਉੱਥੇ ਫਿਰ ਇੱਥੇ ਆਉਣ ਦੇ ਬਾਵਜੂਦ ਫਿਰ ਮੇਰਾ ਸਰਕਲ ਉਹੀ ਬਣ ਗਿਆ। ਸਰਕਲ ਮੇਰਾ ਉਹੀ ਤੁਰਨ ਲੱਗ ਪਿਆ। ਫਿਰ ਮਤਲਬ ਕਿ ਫਿਰ ਤੁਸੀਂ ਨਸ਼ੇ ਦੀ ਦਲਦਲ ਚ ਦੱਸਣਾ ਮੈਂ ਚਾਲੂ ਹੋ ਗਿਆ ਸੀ ਜੀ। ਮੈਂ ਜਿਵੇਂ ਦਲਦਲ ਵਿੱਚ ਫਸਣ ਲੱਗ ਪਿਆ। ਮੇਰਾ ਵਿਆਹ ਹੋ ਚੁੱਕਾ ਸੀ ਤੇ ਉਸ ਟਾਈਮ ਮੈਂ ਕਲੀਨ ਸੀ। ਫਿਰ ਕੁਝ ਕੁ ਮਹੀਨਿਆਂ ਬਾਅਦ ਜਦੋਂ ਮੇਰਾ ਵਿਆਹ ਹੋਇਆ, ਫਿਰ ਮੈਂ ਦਲਦਲ ਚ ਫਸਣ ਲੱਗ ਪਿਆ ਸੀ। ਉਸ ਤੋਂ ਬਾਅਦ ਹੀ ਕਿਸਾਨੀ ਮੋਰਚਾ ਚਾਲੂ ਹੋ ਗਿਆ ਜੀ। ਜਿਹੜਾ ਕਿਸਾਨੀ ਮੋਰਚਾ ਚਾਲੂ ਹੋਇਆ, ਉਸ ਤੋਂ ਤੁਸੀਂ ਉਹ ਦੇਖਿਆ ਕਿਸਾਨੀ ਮੋਰਚਾ ਲੱਗ ਗਿਆ ਤੇ ਤੁਹਾਡਾ ਫਿਰ ਕਿੱਦਾਂ ਸੈਟਅਪ? ਉਸ ਤੋਂ ਬਾਅਦ ਫਿਰ ਮੈਂ ਜਿੱਦਾਂ ਕਿਸਾਨੀ ਮੋਰਚੇ ਵਿੱਚ ਗਿਆ, ਠੀਕ ਹੈ ਨਾ, ਫਿਰ ਮੈਂ ਬਾਈ ਦੀਪ ਸਿੱਧੂ ਨੂੰ ਵੀ ਉੱਥੇ ਮਿਲਿਆ। ਉਹਨਾਂ ਦੇ ਵਿਚਾਰ ਵੀ ਕੁਝ ਸੁਣੇ, ਪਰ ਉਹਨਾਂ ਨੂੰ ਮੈਂ ਐਕਟਰ ਦੀ ਤੌਰ ਤੇ ਉੱਥੇ ਵੇਖਿਆ। ਉਹਨਾਂ ਨੂੰ ਕੁਝ ਯੋਧੇ ਦੀ ਤੌਰ ਤੇ ਨਹੀਂ ਮੈਂ ਵੇਖਿਆ, ਉਹਨਾਂ ਨੇ ਐਕਟਰ ਤੌਰ ਤੇ ਵੇਖਿਆ ਆਪਾਂ। ਚਲੋ ਜੀ, ਉਸ ਤੋਂ ਬਾਅਦ ਫਿਰ ਪਿੰਡ ਆਏ ਆ, ਮੈਂ ਦਰਬਾਰ ਸਾਹਿਬ ਗਏ ਆ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜੀਵਨੀ ਲਿਆਂਦੀ ਆ, ਜਿਹੜੀ ਉਹਨਾਂ ਦੀ ਕੁੜੀ ਪਵਿੱਤ ਕੌਰ ਜੀ ਨੇ ਲਿਖੀ ਹੋਈ ਆ। ਉਹ ਉਹਨਾਂ ਦੀ ਤਸਵੀਰ ਵੀ ਉੱਖੋਂ ਲੱਗੀ ਹੋਈ ਆ, ਮਾਨ ਸਾਹਿਬ ਦੀ ਵੀ ਲੱਗੀ ਹੋਈ ਆ, ਉਹ ਤਸਵੀਰਾਂ ਲੱਗੀਆਂ ਹੋਈਆਂ। ਹਾਂ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੁਬਾਰਾ ਦਿਖਾ ਦਿਓ, ਪਹਿਲਾਂ ਆਪਾਂ ਗੱਲਬਾਤ ਕਰ ਲੈਂਦੇ। ਤੇ ਫਿਰ ਉਸ ਤੋਂ ਬਾਅਦ ਮੈਂ ਮਾਨ ਸਾਹਿਬ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜੀ। ਮਾਨ ਸਾਹਿਬ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਜੀਵਨੀ ਪੜ੍ਹੀ, ਮੇਰੇ ਵਿੱਚ ਤਬਦੀਲੀ ਆਉਣੀ ਚਾਲੂ ਹੋ ਗਈ ਜੀ। ਇੱਕ ਵਾਰੀ ਆਪਾਂ ਕੈਮਰਾਮੈਨ ਨੂੰ ਕਹਾਂਗੇ ਕਿ ਫਿਰ ਤਸਵੀਰਾਂ ਦਿਖਾ ਦਿਓ ਉਹਨਾਂ ਦੀਆਂ, ਤੇ ਉਹ ਬਾਹਰ ਲੱਗੀ ਹੋਈਆਂ ਹਨ। ਮਾਨ ਸਾਹਿਬ ਦੀ ਵੀ ਲੱਗੀ ਤੇ ਇੱਧਰ ਪਵਿੱਤ ਕੌਰ ਭੈਣ ਜੀ ਦੀ ਵੀ ਲੱਗੀ। ਤਸਵੀਰਾਂ ਦਿਖਾ ਦਿਓ ਉੱਪਰ ਕਰ। ਹਾਂਜੀ ਪਵਿੱਤ ਕੌਰ ਦੀ ਦਿਖਾ ਦਿਓ ਇੱਥੇ ਲਾਗੇ ਕਰ। ਤੇ ਕੈਮਰਾਮੈਨ ਨੂੰ ਕਹਾਂਗੇ ਇੱਥੇ ਬੈਠ ਜਾਓ। ਤੇ ਜਦੋਂ
ਜਦੋਂ ਤੁਸੀਂ ਇਹ ਮਤਲਬ ਕਿ ਲਾਈਫ ਉੱਤੇ ਤੁਸੀਂ ਜੀਵਨ ਗਾਥਾ ਉਹਦੀ ਪੜ੍ਹੀ ਆ ਹਨਾ ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਇਹ ਕਿੱਦਾਂ ਆਪਣੀ ਲਾਈਫ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ? ਉਸ ਤੋਂ ਬਾਅਦ ਮੈਂ ਆਪਣੀ ਵਾਈਫ ਨੂੰ ਤੇ ਮੰਮੀ ਨੂੰ ਆਖਿਆ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਵਾਂ ਤੇ ਮੈਨੂੰ ਕਿਸ ਤਰ੍ਹਾਂ ਮੈਂ ਛੱਡਾਂ, ਠੀਕ ਹੈ ਨਾ। ਮੈਂ ਆਪਣੇ ਕਿਉਂਕਿ ਕੁਝ ਵਿਚਾਰ ਹੁੰਦੇ ਘਰਦਿਆਂ ਦੇ ਵੀ ਕਹਿਣ ਨਾਲ ਫਿਰ ਵਿਗੜ ਜਾਂਦਾ, ਪਰ ਹੁਣ ਇੱਕ ਮਨ ਬਣ ਕੇ ਚੁੱਕਾ ਸੀ ਕਿ ਨਹੀਂ ਹੁਣ ਕਰਨਾ ਨਹੀਂ। ਜਿਵੇਂ ਜਿਵੇਂ ਮੈਂ ਇਹਨਾਂ ਦੀ ਜੀਵਨੀ ਪੜ੍ਹੀ ਮੇਰੇ 'ਚ ਬਹੁਤ ਤਬਦੀਲੀ ਆ ਗਈ। ਜਿੱਦਾਂ ਮੈਂ ਕਿਸੇ ਨੂੰ ਮਾੜਾ ਕੁਝ ਬਾਜ਼ਾਰ 'ਚ ਜਾਂਦਾ ਸੀ ਜਾਂ ਆਲੇ ਨੂੰ ਕੁਝ ਕਹਿਣਾ, ਉਹ ਮੇਰੇ ਵਿੱਚ ਤਬਦੀਲੀਆਂ, ਮੈਂ ਕਿਸੇ ਨੂੰ ਕੁਝ ਮਾੜਾ ਨਹੀਂ ਕਹਿਣਾ, ਉਹ ਸਰਕਲ ਤੋਂ ਮੈਂ ਪਿੱਛੇ ਆਉਣਾ ਚਾਲੂ ਹੋ ਗਿਆ। ਤੇ ਉਹ ਮਾਨ ਸਾਹਿਬ ਦੀ ਜਿਹੜੀ ਜੀਵਨੀ ਗਾਥਾ ਵਾ ਉਹ ਲਿਖੀ ਹੋਈ ਹੈ, ਉਹ ਤੁਹਾਡੇ ਕੋਲ ਬੁੱਕਸ ਹੈਗੀਆਂ ਨੇ? ਮੇਰੇ ਕੋਲ ਇੱਕ ਬੁੱਕਸ ਹੈਗੀ ਹੈ, ਇੱਕ ਮੁੰਡੇ ਨੇ ਜਿਹੜੀ ਮਾਨ ਸਾਹਿਬ ਦੇ ਜੇਲ੍ਹ 'ਚ ਬੜੇ ਗੁਜ਼ਾਰੇ ਗਏ ਆ, ਉਹ ਮੇਰੇ ਕੋਲ ਹੈਗੀ ਆ। ਹਾਂ ਉਹ ਮੈਨੂੰ ਸਨਮਾਨਿਤ ਕੀਤੀ ਗਈ ਹੈ ਸਰਦਾਰ ਜਤਿੰਦਰ ਜੀ ਪੰਨੂ ਜੀ ਵੱਲੋਂ ਨੇ ਮੈਨੂੰ ਪਾਰਟੀ ਦਲ ਵੱਲੋਂ ਜਿਹੜੇ ਪੰਨੂ ਸਾਹਿਬ ਆ ਉਹਨਾਂ ਨੇ ਮੈਨੂੰ ਸਨਮਾਨਿਤ ਕੀਤੀ ਆ। ਉਹ ਮੈਂ ਤੁਹਾਨੂੰ ਉਹ ਵੀ ਦਿਖਾ ਦੇਣਾ। ਤੇ ਉਹ ਦੂਜੀ ਜੀਵਨੀ ਮੁੰਡੇ ਨੇ ਪੜ੍ਹਨ ਲਈ ਖੜੀ ਹੈ, ਮਤਲਬ ਕਿ ਮੈਂ ਦੱਸਦਾ ਵਾਂ ਮੁੰਡਿਆਂ ਨੂੰ ਦੱਸਦਾ ਵਾਂ ਕਿ ਪੜ੍ਹੋ ਯਾਰ, ਸਾਡੇ ਕੋਲ ਸਿਰਫ ਇੱਕੋ ਯੋਧਾ ਰਹਿ ਗਿਆ, ਸਰਦਾਰ ਸਿਮਰਜੀਤ ਸਿੰਘ ਮਾਨ। ਦੇਖੋ ਜੀ, ਇਹ ਸਿਮਰਜੀਤ ਸਿੰਘ ਮਾਨ ਇੱਕ ਇਹੋ ਜਿਹੇ ਪਾਰਟੀ ਦਲ ਦੇ ਇੱਕ ਨੁਮਾਇੰਦੇ ਨੇ ਕਿ ਜਿਨ੍ਹਾਂ ਨੇ ਆਪ ਦੀ ਖੁਦ ਹੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਤੇ ਇਹਨਾਂ ਨੇ ਆਪ ਦਾ ਜਿਹੜਾ ਕੈਰੀਅਰ ਸੀਗਾ 35 ਸਾਲਾਂ ਦਾ ਸਾਰਾ ਸਿੱਖ ਕੌਮ ਔਰ ਪੰਥਕ ਕੌਮ ਨੂੰ ਦਿੱਤਾ ਆ। ਤੇ ਜਿਹੜੀਆਂ ਵੀ ਉਹਨਾਂ ਦੀਆਂ ਗਾਥਾ ਲਿਖੀਆਂ ਹੋਈਆਂ, ਚਰਾਏ ਬਰੇ ਹੋ ਗਈ ਜਾਂ ਜੀਵਨ ਗਾਥਾ ਹੋ ਗਈ ਜਾਂ ਕਿੰਨੀਆਂ ਵੀ ਹੋਰ ਵੀ ਬੁੱਕਸ ਲਿਖੀਆਂ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਰਮਜੀਤ ਸਿੰਘ ਪੱਡਾ ਜੀ ਨੇ ਇਹ ਲਾਈਫ ਨੂੰ ਆਪਦੀ ਨੂੰ ਇਸ ਲਾਈਫ ਦੇ ਰੂਪ ਦੇ ਵਿੱਚ ਦੇਖ ਰਹੇ ਹੋ। ਜਿਸ ਤਰੀਕੇ ਮੈਂ ਕੈਮਰਾਮੈਨ ਨੂੰ ਦਿਖਾ ਦਿਓ ਕਿ ਜਿਸ ਤੁਸੀਂ ਆਪਦੀ ਇਸ ਰੂਪ ਨੂੰ ਦੇਖ ਰਹੇ ਹੋ, ਇਹ ਉਹਨਾਂ ਦੀਆਂ ਹੀ ਕਿਤਾਬਾਂ ਪੜ੍ਹ ਕੇ ਅੱਜ ਇੰਸਪਾਇਰ ਹੋਏ ਨੇ। ਤੇ ਅੱਜ ਆਪਾਂ ਵੀ ਇਸ ਚੀਜ਼ ਦੀ ਅਪੀਲ ਕਰਦੇ ਹਾਂ, ਜਿੱਦਾਂ ਦੀਆਂ ਇਹਨਾਂ ਨੇ ਲਿਖਤ ਨੇ ਉਹਨਾਂ ਦੀ ਹਰ ਚੀਜ਼ ਮਤਲਬ ਕਿ ਉਹਨਾਂ ਨੇ ਕੌਮ ਵਾਸਤੇ ਲਿਖਿਆ, ਆਪਣਾ ਸਾਰਾ ਕਰੀਅਰ ਉਹਨਾਂ ਨੇ ਕੌਮ ਵਾਸਤੇ ਦਿੱਤਾ ਹੈ। ਬਿਲਕੁਲ ਆਪਦਾ 35 ਤੋਂ 36 ਸਾਲ ਉਹਨਾਂ ਨੇ ਆਪਦਾ ਕਰੀਅਰ ਸਾਰਾ ਆਪਣੇ ਕੌਮ ਦੇ ਲਈ ਲਾਇਆ। ਤੇ ਤੁਹਾਨੂੰ ਪਤਾ ਹੈ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਤਕਰੀਬਨ ਉਹਨਾਂ ਬਾਰੇ ਪਤਾ ਹੈ ਹਨਾ। ਬਿਲਕੁਲ। ਤੁਸੀਂ ਫਿਰ ਉਹਨਾਂ ਦੀ ਜਿਹੜੀਆਂ ਹੋਰ ਇਨਸਪਾਇਰ ਹੋਣ ਵਾਲੀ ਗੱਲਾਂ ਕੀ ਸੀ? ਹੋਰ ਇਨਸਪਾਇਰ ਵਾਲੀਆਂ ਗੱਲਾਂ ਹੋਣ ਵਾਲੀਆਂ ਹੈ ਜਦੋਂ ਫਿਰ ਇਹ ਵੋਟਾਂ ਦੇ ਦਿਨ ਨੇੜੇ ਆ ਗਏ ਸੀ, ਨਸ਼ੇ ਤੋਂ ਮੈਂ ਕਲੀਨ ਹੋ ਚੁੱਕਾ ਸੀ। ਉਹਨਾਂ ਨਾਲ ਕਿਸੇ ਨਾਲ ਮੇਰੀ ਯਾਰੀ ਨਹੀਂ ਸੀ, ਕੋਈ ਮੈਂ ਕਿਸੇ ਨਾਲ ਯਾਰੀ ਨਹੀਂ ਰੱਖਦਾ ਸੀ। ਜਿਹੜੇ ਮੇਰੇ ਠੀਕ ਹੈ ਨਾ, ਜਿਹੜੇ ਮੇਰੇ ਅੱਗੇ ਪਾਏ ਹੋਏ ਨੁਮਾਇੰਦੇ ਸੀ ਉਹਨਾਂ ਨਾਲ ਕਿਸੇ ਨਾਲ ਨਹੀਂ ਮੇਰੀ ਯਾਰੀ ਸੀ, ਜਾਂ ਮੇਰੇ ਕੋਈ ਯਾਰ ਸੀ, ਮੇਰੀ ਕਿਸੇ ਨਾਲ ਯਾਰੀ ਨਹੀਂ। ਮੈਂ ਘਰ ਰਹਿੰਦਾ ਸੀ ਆਪਣਾ, ਠੀਕ ਹੈ ਨਾ, ਤੇ ਮੈਂ ਪਰਮਾਤਮਾ ਦਾ ਨਾਮ ਲੈਂਦਾ ਸੀ, ਠੀਕ ਹੈ ਨਾ। ਪਾਠ ਕਰਨਾ ਆਪਣਾ ਸਵੇਰ ਦਾ ਟਾਈਮ, ਸ਼ਾਮ ਦਾ ਟਾਈਮ ਪਾਠ ਕਰਨਾ। ਮੇਰੀ ਜਿਹੜੀ ਰੁਚੀ ਜਿਹੜੀ ਆ ਉਹ ਹੋਰ ਇਸ ਦਿਸ਼ਾ ਵੱਲ ਵੱਧਦੀ ਗਈ, ਸਿੱਖੀ ਤੌਰ ਵੱਲ ਵੱਧਦੀ ਗਈ ਕਿ ਮੈਂ ਕਿਹੜੇ ਪਾਸੇ ਤੁਰ ਪਿਆ ਯਾਰ। ਮੈਂ ਇੱਕ ਸਰਦਾਰ ਦਾ ਪੁੱਤ ਹੋ ਗਏ, ਐਡੀ ਵੱਡੇ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਕਿਹੜੇ ਪਾਸੇ ਤੁਰ ਪਏ ਆ। ਫਿਰ ਉਹਦੇ ਵਿੱਚੋਂ ਜਿੱਦਾਂ ਇਸ ਕਰਦੇ ਕਰਦੇ ਬਾਈ ਦੀਪ ਸਿੱਧੂ ਨਾਲ ਮੈਂ ਅਮਨਗਰ ਮਿਲਿਆ ਜਦੋਂ ਚੋਣਾਂ ਸੀ, ਤੇ ਉੱਥੇ ਮੁਲਾਕਾਤ ਹੋਈ ਤੇ ਉਹਨਾਂ ਦੀਆਂ ਜਿੱਦਾਂ ਉਹਨਾਂ ਦੀਆਂ ਮੈਂ ਗੱਲਾਂ ਸੁਣਦਾ ਗਿਆ ਤੇ ਮੇਰੇ ਵਿੱਚ ਜਿਹੜਾ ਮੇਰਾ ਪ੍ਰਭਾਵ ਚੇਂਜ ਹੋ ਗਿਆ। ਫਿਰ ਮੈਂ ਆ ਕੇ ਇੱਥੇ ਮਾਨ ਸਾਹਿਬ ਦੀ ਫੁੱਲ ਸਪੋਰਟ ਕੀਤੀ ਤੇ ਆਪਣੇ ਸਿੱਖੀ ਸਰੂਪ ਵਿੱਚ ਪੂਰਾ ਆ ਗਿਆ ਕਿ ਯਾਰ ਕਿ ਕਿਸ ਰਾਹ ਤੇ ਅਸੀਂ ਤੁਰਨੇ ਆ ਯਾਰ। ਤੁਹਾਡੇ ਹਲਕੇ ਦੇ ਜਿਹੜਾ ਕਾਨੂੰਨ ਹਲਕਾ ਆ, ਹਾਂਜੀ, ਤੇ ਇੱਥੇ ਜਿਹੜੇ ਕੈਂਡੀਡੇਟ ਨੇ ਉਹ ਆਪਣੇ ਜਤਿੰਦਰਬੀਰ ਸਿੰਘ ਪੰਨੂ ਨੇ ਹਨਾ ਜੀ, ਹਾਂਜੀ, ਟੈਲੀ ਕੇ ਕਾਦੀਆਂ ਹਲਕੇ ਤੋਂ ਹਾਂਜੀ ਜਿਵੇਂ ਉਹਨਾਂ ਨੇ ਆਪਣੇ ਟਿਕਟ ਅਨਾਉਂਸ ਕੀਤੀ ਸੀ ਜਤਿੰਦਰਬੀਰ ਸਿੰਘ ਪੰਨੂ, ਤੁਸੀਂ ਉਹਨਾਂ ਦੇ ਹਲਕੇ ਦੇ ਉੱਤੇ ਬਿਲੋਂਗ ਕਰਦੇ ਹੋ ਤੇ ਉਹਨਾਂ ਦੀ ਫੁੱਲ ਤੁਸੀਂ ਸਪੋਰਟ ਕੀਤੀ ਸਿਮਰਜੀਤ ਸਿੰਘ ਮਾਨ ਵੱਲੋਂ? ਮੈਂ ਤਾਂ ਦੱਸਦਾ ਜੀ, ਸਿਰਫ ਮੈਂ ਸਪੋਰਟ ਇਸ ਕਰਕੇ ਨਹੀਂ ਕੀਤੀ, ਮੈਂ ਸਪੋਰਟ ਇਸ ਕਰਕੇ ਵੀ ਕੀਤੀ ਕਿ ਜਿਹੜਾ ਸਾਡਾ ਜੋ ਯੂਥ ਅੱਜ ਦਾ ਜੋ ਬਾਹਰ ਜਾ ਰਿਹਾ, ਕੁਝ ਬਾਹਰ ਜਾ ਰਹੇ ਆ, ਕੁਝ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਆ ਤੇ ਕੁਝ ਇੱਥੇ ਕਾਰੋਬਾਰ ਖੋਲ ਕੇ ਬੈਠੇ ਆ ਤੇ ਉਹ ਕੋਈ ਏਦਾਂ ਹੀ ਉਹਨਾਂ ਦੀ ਜ਼ਿੰਦਗੀ ਕੋਈ ਨਹੀਂ ਰਹਿ ਗਈ। ਤੇ ਆਪਣਾ ਵੀ ਮਨ ਕਰਦਾ ਸੀ ਯਾਰ ਕਿਤੇ ਬਾਹਰ ਚਲੇ ਜਾਈਏ ਜਾਂ ਠੀਕ ਆ ਨਾ, ਤੇ ਜਾਂ ਫਿਰ ਕੋਈ ਇਹ ਨਸ਼ੇ ਦੀ ਦਲਦਲ ਤੋਂ ਜੇ ਨਿਕਲੇ ਹੀ ਆ।
ਫਿਰ ਬੜੇ ਮੁੰਡਿਆਂ ਨੂੰ ਮੈਂ ਇਸ ਚੀਜ਼ ਨਾਲ ਨਸ਼ੇ ਦੀ ਦਲਦਲ ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਬੜੇ ਜਣਿਆਂ ਨੂੰ ਆਖਿਆ ਕਿ ਯਾਰ ਇਹ ਚੀਜ਼ ਚੋਂ ਨਿਕਲੋ, ਤੇ ਕਈ ਨਿਕਲੇ ਵੀ, ਕਈ ਤੇ ਉਹਨਾਂ ਨੂੰ ਆਖਿਆ ਯਾਰ ਤੁਸੀਂ ਸਿੱਖੀ ਸਰੂਪ ਦੇ ਵਿੱਚ ਵੀ ਆਓ। ਮੰਮਾ ਵੀ ਜੁੜੇ ਨੇ ਨਾਲ, ਤੇ ਉਹਨਾਂ ਤੋਂ ਆਪਣੇ ਥੋੜਾ ਜਿਹਾ ਜਾਣੂ ਕਰਾਵਾਂਗੇ ਤੁਹਾਨੂੰ ਵੀ ਕਿ ਕਿੱਦਾਂ ਦਾ ਇਹਨਾਂ ਦਾ ਮਤਲਬ ਕਿ ਜਿਹੜੀ ਲਾਈਫ ਨੂੰ ਮੋੜਾ ਪਿਆ ਵਾ, ਤੇ ਅੱਜ ਗੁਰਸਿੱਖੀ ਜੀਵਨ ਇਹਨਾਂ ਨੂੰ ਜਿਹੜੀ ਪ੍ਰਾਪਤੀ ਜਿਹੜੀ ਹੋ ਰਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਪ੍ਰੋਪਰ ਇੱਕ ਬਾਣੇ ਦੇ ਵਿੱਚ ਵੀ ਆਉਣਗੇ, ਇਹਨਾਂ ਦੇ ਵੱਲੋਂ ਕਿਹਾ ਗਿਆ ਵਾ। ਤੇ ਔਰ ਜਿਹੜਾ ਅੰਮ੍ਰਿਤ ਵੀ ਛਕਿਆ ਜਾਊਗਾ ਜਿਨ੍ਹਾਂ ਇਹਨਾਂ ਨੇ ਮਦਰ ਸਾਹਿਬ ਨੇ ਛਕਿਆ। ਤੇ ਮੈਂ ਇਹਨਾਂ ਨਾਲ ਗੱਲਬਾਤ ਕਰਨਾ, ਤੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮਾਤਾ ਜੀ ਉੱਚੀ ਬੋਲਿਓ, ਜੋ ਸਪੀਕਰ ਸਾਡਾ ਨਾ ਥੋੜਾ ਜਿਹਾ ਬੋਲੋ, ਮਾਈਕ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮਾਤਾ ਜੀ ਅੱਜ ਗੁਰਸਿੱਖੀ ਜੀਵਨ ਇਹਨਾਂ ਨੂੰ ਪ੍ਰਾਪਤੀ ਹੋ ਜਾਣੀ ਆ ਹੋਰ ਆਉਣ ਵਾਲੇ ਸਮੇਂ 'ਚ, ਤੇ ਸਿੱਖੀ ਸਰੂਪ ਨੂੰ ਇਸ ਤਰੀਕੇ ਨੂੰ ਮੋੜਾ ਪੈ ਰਿਹਾ ਹੈ। ਤੇ ਇਹਨਾਂ ਜਿੱਦਾਂ ਦਾ ਇਹਨਾਂ ਦੀ ਲਾਈਫ ਰਹੀ ਆ, ਤੇ ਕੀ ਤੁਹਾਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਮੋੜਾ ਪਿਆ, ਜਾਂ ਤੁਸੀਂ ਉਹ ਆਖਿਆ ਇਹਨਾਂ ਨੂੰ ਕਿ ਇਸ ਤਰੀਕੇ ਨੂੰ ਵਧੋ, ਜਾਂ ਇਹ ਕਿਸ ਤਰੀਕੇ ਦੀ ਲਾਈਫ ਰਹੀ, ਥੋੜਾ ਜਿਹਾ ਸਾਡੇ ਨਾਲ ਕੀਤੇ ਚੈਨਲ ਤੇ ਵਾਰਤਾਲਾਪ ਕੀਤੀ ਹੈ। ਮੋੜਾ ਦੀ ਇਹਨੂੰ ਮੈਂ ਤੇ ਪਹਿਲਾਂ ਬਹੁਤ ਕੀਤਾ ਆਪਣੇ ਆਪ 'ਚ, ਤੇ ਮੈਂ ਇਹਦੇ ਡੈਡੀ ਜੀ ਨਹੀਂ ਹੈਗੇ, ਤੇ ਮੈਂ ਇਕੱਲੀ ਔਰਤ ਸੀਗੀ, ਮੈਨੂੰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ। ਮੈਂ ਇਹਨੇ ਨਾਲ ਜਦੋਂ ਇਹ 8ਵੀਂ 'ਚ ਹੀ ਪੜ੍ਹਦਾ ਸੀਗਾ, ਉਦੋਂ ਇਹ ਮਾੜੇ ਕੰਮਾਂ 'ਚ ਪੈ ਗਿਆ, 1-2 ਚੋਰੀਆਂ। ਫਿਰ ਇਹਨੂੰ ਪੈਸਾ ਜਿਹੜਾ ਵਾ, ਇਹ ਇਕੱਲਾ ਸੀਗਾ ਤੇ ਪਿਓ ਦਾ ਸਾਇਆ ਨਹੀਂ ਹੈਗਾ ਸਿਰ ਤੇ, ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਪੈਸਾ ਦੇ ਗਿਆ, ਫਿਰ ਚਾਚੇ ਦਾ ਬੇਟਾ ਸੀ ਉਹ ਉਹਨੂੰ ਪੈਸੇ ਦੇ ਗਿਆ। ਇਹਨੇ ਉਹ ਪੈਸੇ ਦਾ ਉਲਟ ਫਾਇਦਾ ਉਠਾਇਆ। ਫਿਰ ਮੈਂ ਉਹਨਾਂ ਨੂੰ ਇਹ ਜਿਹੜੇ ਆਪਣੇ ਵੇਲੇ ਬਾਬਾ ਜੀ ਵੀ ਇਹਦੇ ਚਾਚੇ ਦੇ ਬੇਟਾ, ਮੈਂ ਕਿਹਾ ਜਿਹੜੇ ਤੁਸੀਂ ਇਹਨੂੰ ਪੈਸੇ ਦਿੰਦੇ ਹੋ ਤੁਸੀਂ ਮੈਨੂੰ ਦਿਓ, ਮੈਂ ਇਹਦਾ ਖਰਚਾ ਕਰਾਂਗੀ। ਪਰ ਨਹੀਂ, ਮੈਨੂੰ ਕਿਸੇ ਨੇ ਨਹੀਂ ਪੈਸਾ ਦਿੱਤਾ, ਉਹ ਇਹਨੂੰ ਦਿੰਦੇ ਸੀ। ਤੇ ਇਹ ਆਪਣਾ ਉਲਟ ਫਾਇਦਾ ਇਹਨੇ ਉਠਾਇਆ। ਮੁੜ ਕੇ ਕਰਦਾ ਇਹ ਬਹੁਤ ਜ਼ਿਆਦਾ ਆਦੀ ਹੋ ਗਿਆ। ਫਿਰ ਮੈਂ ਇਹ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਕਿ ਜਦੋਂ ਇਹ ਇਹੋ ਜਿਹੇ ਕੰਮਾਂ 'ਚ ਪੈ ਗਿਆ ਸੀ? ਇਹ ਨਾ ਉਦੋਂ ਨਾ ਹੈਗਾ ਸੀਗਾ 8ਵੀਂ 'ਚ ਹੀ ਪੜ੍ਹਦਾ ਸੀਗਾ ਸਰਕਾਰੀ ਸਕੂਲ। ਫਿਰ ਮੈਨੂੰ ਪਹਿਲਾਂ ਮੈਂ ਬੜੇ ਵੱਡੇ ਸਕੂਲ ਪਾਇਆ ਸੀ, ਜਦੋਂ ਫਿਰ ਇਹ ਸਰਕਾਰੀ ਸਕੂਲ ਪੈ ਗਿਆ ਉੱਥੇ ਇਸ ਬੱਚਿਆਂ ਨੂੰ ਪਤਾ ਲੱਗ ਗਿਆ। ਜਦੋਂ ਸਾਨੂੰ ਪਹਿਲੀ ਵਾਰ ਪਤਾ ਲੱਗਾ ਨਾ, ਤੇ ਅਸੀਂ ਨਾ ਇਹਨੇ ਪਰਸ ਚੁਰਾ ਲਿਆ ਪਹਿਲੀ ਵਾਰ। ਜਦੋਂ ਪਰਸ ਚੁਰਾਇਆ ਵਾ, ਤੇ ਉਹ ਪਰਸ ਦੇ ਵਿੱਚ ਨਾ ਜਿਸ ਵੇਲੇ ਸਾਨੂੰ ਉਸਨੇ ਪਤਾ ਲੱਗ ਗਿਆ, ਅਸੀਂ ਉਹਨੇ ਨੂੰ ਛਿੱਤਰ ਪਿਆ, ਬਹੁਤ ਜ਼ਿਆਦਾ, ਬਹੁਤ ਕੁੱਟਿਆ। ਫਿਰ ਇਹਦੀਆਂ ਭੂਆ ਸੀਗੀਆਂ, ਤੇ ਉਹਨਾਂ ਨੇ ਜਿਹੜੇ ਕੁੱਟਦੇ ਸੀ ਉਹ ਨਹੀਂ ਕੁੱਟਣ ਦਿੱਤਾ, ਨਹੀਂ ਇਹਨੂੰ ਨਹੀਂ ਕੁੱਟਣਾ ਇੱਦਾਂ ਕਰਕੇ। ਤੇ ਉਦੋਂ ਫਿਰ ਇਹਦੀ ਨਾ ਜਿਹੜੀ ਨਾ ਵੱਧ ਆ ਗਈ, ਉਹਨੂੰ ਡਰ ਨਹੀਂ ਕੋਈ ਰਹਿ ਗਿਆ। ਬਥੇਰਾ ਮੈਂ ਬੋਲਦੀ ਖੱਪਦੀ ਸੀ, ਪਰ ਨਹੀਂ ਮੰਨਦਾ, ਮੇਰੀ ਕੋਈ ਨਹੀਂ ਮੰਨਦਾ। ਜੋ ਰਿਸ਼ਤੇਦਾਰ ਨੇ ਵੀ ਉਹਨੇ ਵੀ ਕਹਿਣਾ ਕਿ ਤੇਰਾ ਖਰਚਾ ਕਿੱਦਾਂ ਕਰੇਗਾ, ਕਿੱਦਾਂ ਹੋਵੇਗਾ। ਪਰ ਮੈਨੂੰ ਇਹਨੇ ਇੰਨਾ ਤੰਗ ਕਰਨਾ ਜਿਹੜਾ ਹੱਦ ਹੋ। ਇਹਨੇ ਕਹਿਣਾ ਰੋਜ਼ ਦਾ ਮੈਨੂੰ 3-4 ਹਜ਼ਾਰ ਰੁਪਈਆ ਚਾਹੀਦਾ ਹੀ, ਮੈਂ ਜਿੱਥੋਂ ਮਰਜ਼ੀ ਲਿਆਉਣਾ, ਪਰ ਕਿਤੇ ਮੰਗ ਕੇ ਲਿਆਵਾਂ, ਜਿੱਦਾਂ ਮਰਜ਼ੀ ਲਿਆਵਾਂ, ਇਹਨੂੰ ਮੈਂ ਦੇਣਾ। ਫਿਰ ਮੈਂ ਹਾਰ ਕੇ ਜ਼ਮੀਨ ਵੇਚੀ। ਕਿੰਨੀ ਜ਼ਮੀਨ ਸੀ? ਜ਼ਮੀਨ ਮੇਰੀ ਉਹ ਬਹੁਤ ਉੱਥੇ ਦੇ ਕਰੋੜ ਦੇ ਸਾਹਮਣੇ ਸੀਗਾ, ਤੇ ਪਰ ਮੈਂ 2 ਕਰੋੜ ਪਹਿਲੇ ਜੀ 30,000 ਰੁਪਇਆ 30 ਲੱਖ ਵਟਿਆ, ਉਹ ਵਟਿਆ। ਬਾਕੀ ਜੋ ਮੈਨੂੰ ਮਾੜਾ ਮੋਟਾ ਮੇਰੇ ਰਿਸ਼ਤੇਦਾਰ ਚ ਮੈਂ ਕਮਾਉਂਦੀ ਸੀ ਵੀ, ਅਸੀਂ ਇੰਨਾ ਤਾਂ ਅੱਗੇ ਵੀ ਸਾਨੂੰ ਰੋਟੀ ਤੋਂ ਵੀ ਮੁਸ਼ਕਲ ਹੋ ਗਈ ਸੀ। ਇਹਨੇ ਜਦੋਂ ਲੜਨਾ, ਪੈਸਾ ਮੰਗਣਾ, ਨਹੀਂ ਦੇਣਾ, ਤੇ ਇਹਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ। ਤੇ ਬਹੁਤ ਸਾਰੇ ਬੁਰੇ ਹਾਲਾਤ ਸੀ, ਬਹੁਤ ਜ਼ਿਆਦਾ, ਥੋੜੇ ਨਹੀਂ। ਮੈਂ ਬਲ ਕਰਕੇ ਕਦੀ ਕਿਤੇ ਗੁਰਦਾ ਤੇ ਬੈਠ, ਕਦੀ ਉਹ ਨੁਕਰੇ ਬੈਠ, ਕਦੀ ਉਹ ਨੁਕਰੇ ਬੈਠ, ਇੱਦਾਂ ਦਾ ਆਪਣਾ ਵੀ ਕੱਢਿਆ ਨਾ। ਲੋਕਾਂ ਦਾ ਸੋਣਾ, ਸਰੀਕੇ ਦਾ ਸੋਣਾ, ਵੀ ਰੋਜ਼ ਘਰ 'ਚ ਲੜਾਈ ਪੈਣੀ। ਇਹਨੇ ਬੂਹੇ ਬੰਦ ਕਰ ਦੇਣੇ ਆ, ਇਹਨੇ ਕਹਿਣਾ ਘਰ ਨਹੀਂ, ਫਿਰ ਚੀਜ਼ਾਂ ਤੋੜ ਦੇਣੀਆਂ, ਜੋ ਵੀ ਹਰ ਇੱਕ ਚੀਜ਼ ਤੋੜ ਦੇਣੀ, ਫਿਰ ਮਾੜੀ ਮੋਟੀਆਂ ਬਣਾਉਣੀਆਂ, ਫਿਰ ਕਰਨਾ, ਫਿਰ ਇੱਦਾਂ, ਫਿਰ ਇਹਨੇ ਜਦੋਂ ਖਾ ਲੈਣਾ ਨਸ਼ਾ, ਉਹਨੇ ਕਹਿਣਾ ਮੈਂ ਮੁੜ ਕੇ ਨਹੀਂ ਕਰਨਾ, ਫਿਰ ਦਿਨ ਚੜ੍ਹਨਾ। ਫਿਰ ਤੇ ਇਹ ਜਿਹੜਾ ਇਹਦਾ ਜਦੋਂ ਹੁਣ ਫਿਰ ਮੋੜਾ ਪਿਆ, ਇਹ ਕਿਸ ਤਰੀਕੇ ਨਾਲ ਇਹਦਾ ਮੋੜਾ ਪਿਆ, ਫਿਰ ਤੁਹਾਨੂੰ ਕਿੱਦਾਂ ਦੇ ਇਹਨਾਂ ਰਿਐਕਸ਼ਨ ਲੱਗਣ ਲੱਗ ਪਏ ਉਸ ਟਾਈਮ ਦੇ ਉੱਤੇ ਕਿ ਇਹ ਨਾ ਵਾਕਈ ਤੁਹਾਨੂੰ ਇਹਨੂੰ ਮੈਂ ਸੈਂਟਰ ਪਹਿਲਾਂ ਵੀ 3-4 ਵਾਰ ਕਰਵਾਇਆ, ਮੈਂ ਹੋਈ ਆਪੇ ਦਾਖਲ ਕਰਾਉਂਦੀ ਰਹੀ ਆ। ਉੱਥੋਂ ਤੇ ਉੱਥੇ ਛੱਡ ਦਿੰਦਾ ਰਿਹਾ, ਘਰ ਆਉਣਾ, ਘਰ ਆਣ ਕੇ 2 ਮਹੀਨੇ ਨਹੀਂ ਕਰਨਾ, ਮੁੜ ਕੇ ਫਿਰ ਇਹਨੇ ਸ਼ੁਰੂ ਕਰਨਾ, ਫਿਰ 2 ਮਹੀਨੇ ਨਹੀਂ ਕਰਨਾ। ਫਿਰ 5-6 ਵਾਰੀ ਮੈਂ ਸੈਂਟਰ ਵਾਸਤੇ ਦਾਖਲ ਕਰਵਾਇਆ, ਬਹੁਤ ਮੁਸ਼ਕਲ ਦੇ ਨਾਲ ਵੀ, ਪੈਸਾ ਵੀ ਭਰਦੀ ਰਹੀ ਆ। ਉੱਥੇ ਕਿਤੇ 15 ਦੇ, ਕਿਤੇ 10 ਦੇ, ਕਿਤੇ 15 ਦੇ, ਕਿਤੇ 20 ਵੀ ਦੇ, ਏਦਾਂ ਦਿੱਤਾ। ਪਰ ਮੁੜ ਕੇ 6 ਮਹੀਨੇ ਲਾ ਕੇ ਆਉਣੇ ਆ, ਬੜਾ ਸੋਹਣਾ। ਉਦੋਂ ਆਣ ਕੇ 2 ਮਹੀਨੇ ਆਉਣਾ, ਮੁੜ ਕੇ ਇੱਥੇ ਸੰਗਤ ਕਰਨੀ, ਸਭ ਉਦੋਂ ਫਿਰ ਉੱਦਾਂ ਹੀ ਹੋ ਜਾਏ। ਹੁਣ ਫਿਰ ਜਦੋਂ ਨਾ ਇੱਧਰ ਸੈਂਟਰ ਸੀਗਾ, ਤੇ ਉੱਧਰ ਕਰਾਇਆ, ਉੱਧਰ 6 ਮਹੀਨੇ ਰਿਹਾ। ਉੱਥੇ ਥੋੜ੍ਹਾ ਜਿਹਾ ਦਿਨ ਮੈਨੂੰ ਹਾਲਤ 'ਚ ਚੰਗੇ
ਤੇ ਥੋੜਾ ਸਮਝਣ ਲੱਗ ਪਿਆ। ਫਿਰ ਇਹ ਕਹਿਣ ਲੱਗ ਪਿਆ ਮੰਮੀ ਨਹੀਂ ਮੈਂ ਹੁਣ ਠੀਕ ਆ, ਮੈਨੂੰ ਤੂੰ ਹੁਣ ਉਹ ਸੈਂਟਰ 'ਚ ਹਿੱਸਾ ਪਾ। ਮੈਂ ਮੰਨਣ ਮੈਂ ਕਿਹਾ ਨਹੀਂ, ਉਹ ਸੈਂਟਰ 'ਚ ਹਿੱਸਾ ਪਾਇਆ, 4.5 ਲੱਖ ਰੁਪਈਆ ਦਿੱਤਾ ਉੱਤੇ। ਉਹ ਸੈਂਟਰ ਵੀ ਥੋੜਾ ਚਿਰ ਹਜੇ ਰਿਹਾ, ਮੁੜ ਕੇ ਲਾਕਡਾਊਨ ਲੱਗ ਗਿਆ ਜੀ। ਲਾਕਡਾਊਨ ਲੱਗ ਗਿਆ, ਮੁੜ ਕੇ 1-2 ਵਾਰੀ ਗਿਆ ਵਾ, ਮੁੜ ਕੇ ਫਿਰ ਉਹ ਜਿਹੜੇ ਸੀ ਉਹ ਇਹਦੇ ਨਾਲ ਉਹਨਾਂ ਦੀ ਬਣਦੀ ਨਹੀਂ ਰਹੀ ਜੀ। ਇੱਕ ਮੁੰਡਾ ਚੰਗਾ ਹੀ, ਇੱਕ ਮੁੰਡਾ ਗੰਦਾ, ਕੋਈ ਉਹਦੀ ਬਣਦੀ ਨਹੀਂ ਰਹੀ। ਮੁੜ ਕੇ ਇਹ ਫਿਰ ਘਰ ਆ ਗਿਆ। ਹੁਣ ਹੈਗਾ ਸਾਡਾ ਸੈਂਟਰ 'ਚ ਵੀ ਹਿੱਸਾ ਵਾ, ਸਾਨੂੰ ਪੈਸਾ ਵੀ ਕੋਈ ਦੇਣ ਨਹੀਂ ਦੇ। ਇਹ ਪਾਛੇ ਨਹੀਂ ਕੋਈ ਗੱਲ ਲੱਗਣ ਦੀ। 4.5 ਲੱਖ ਰੁਪਏ ਅਸੀਂ ਭਰਿਆ ਵੀ ਆ, ਹੁਣ ਉਹ ਇਹਨੂੰ ਟਿਕਣ ਨਹੀਂ ਦਿੰਦੇ। ਹੁਣ ਥੋੜਾ ਇਹ ਨਾ ਸਹੀ ਹੋ ਗਿਆ, ਮੁੜ ਕੇ ਫਿਰ ਨਾ ਜਦੋਂ ਸਹੀ ਹੋ ਗਿਆ ਤਾਂ ਮੁੜ ਕੇ ਇਹਨੇ ਨਾ ਫਿਰ ਇਸ ਗੱਲ 'ਚ ਫਿਰ ਇਹਨੇ ਵਿਆਹ ਕਰਵਾਇਆ। ਤੇ ਵਿਆਹ ਦੇ ਤੁਸੀਂ ਕਿਹਾ ਕਿ ਜਾਈ ਨੇ ਆਪੋ ਨਹੀਂ, ਆਪੇ ਨਹੀਂ ਕਿਹਾ। ਪਰ ਮੈਨੂੰ ਇਹ ਹੁੰਦਾ ਸੀ, ਮੈਂ ਇਹਨੂੰ ਵਾਰ-ਵਾਰ ਕਹਿੰਦੀ ਹੁੰਦੀ ਸੀਗੀ ਵੀ ਕਾਕੇ ਤੂੰ ਵਿਆਹ ਕਰਾ ਲਾ, ਜ਼ਿੰਦਗੀ ਸਾਰੀ ਮੰਮੀ ਸਾਰੀ ਇਦਾਂ ਮਤ ਗਾੜੀ ਤੂੰ ਵਿਆਹ ਕਰਾ, ਮੈਂ ਤੇ ਜ਼ਿੰਦਗੀ ਹੁਣ ਇਦਾਂ ਦੀ ਹੋ ਗਈ ਆ। ਤੂੰ ਮੈਂ ਇਹਨੂੰ ਇਹ ਗੱਲ ਕਹਿੰਦੀ ਭਾਵੇਂ ਤੂੰ ਲੈ ਆਈ ਆ, ਕੋਈ ਕੱਢ ਹੀ ਲਿਆ ਭਾਵੇਂ ਕੁੜੀ, ਮੈਂ ਆਪੇ ਸੰਭਲ ਲਾਂਗੀ, ਇੰਨਾ ਹੀ ਮੇਰਾ। ਤੂੰ ਲੈ ਆਇਆ ਕੋਈ ਇੱਕ ਵਾਰੀ, ਤੇਰਾ ਮੈਨੂੰ ਇਹ ਮੇਰੇ ਇੱਕ ਵਾਰ ਇਹਨੇ ਮਰ ਜਾ, ਇੱਕ ਵਾਰੀ ਤੇਰਾ ਵਿਆਹ ਹੋ ਜਾਏਗਾ ਫਿਰ ਭਾਵੇਂ ਚਲੀ ਜਾ ਜੀ। ਏਦਾਂ ਦਾ ਵੀ ਇਹਦੀ ਹਾਲਤ ਗੰਦੀ ਸੀ ਤੇ ਮੈਨੂੰ ਇਹ ਵੀ ਕੋਈ ਆ ਜਾਏਗੀ ਤੱਕ ਚੱਲ ਜੇ ਵਿਆਹ ਆ ਤੇ ਜਾ, ਇੰਨਾ ਮੈਨੂੰ ਵੀ ਇਹ ਨਹੀਂ ਹੋ ਸਕਦਾ। ਠੀਕ ਤੇ ਤੁਸੀਂ ਕਦੀ ਇਹ ਨਹੀਂ ਕਿਹਾ ਕਿ ਜੇ ਤੁਸੀਂ ਹੁਣ ਜਿੱਦਾਂ ਨਸ਼ਾ ਕਰਦੇ ਆ ਤੇ ਜੇ ਬਗਾਨੀ ਕੁੜੀ ਲੈ ਆਂਦੀ ਤੇ ਉਹਨੂੰ ਕਿੱਦਾਂ ਖਵਾਵਾਂਗੇ? ਕੋਈ ਐਂਡ ਵੀ ਕਰਨੀ, ਉਹਨੂੰ ਕੋਈ ਵੀ ਕਰਨੀ, ਉਹ ਕਮਾਉਂਦੀ ਹੀ ਤੇ ਇਹ ਖਾਂਦਾ। ਤੇ ਕੀ ਕੰਮ ਕਰਦੇ ਸੀਗੇ ਇਹਨਾਂ ਦੇ ਬਾਈ? ਇਹਨਾਂ ਦੇ ਇਹ ਸਿਲਾਈ ਕਰਦੇ, ਠੀਕ ਹੈ ਸਿਲਾਈ ਕਰਦੇ ਸੀਗੇ। ਕੁਛ ਮੈਂ ਲੈਂਦੀ ਸੀ ਪੈਸੇ, ਕੋ ਲੈਂਦੀ ਆ ਤੇ ਮਾੜਾ ਮੋਟਾ ਸਾਡਾ ਗੁਜ਼ਾਰਾ ਚੱਲ ਜਾਂਦਾ। ਜੀ। ਹੁਣ ਇਹਦੇ ਆਪਣੇ ਮਨ ਦੇ ਵਿੱਚ ਜਿਉਂ ਆ ਮਾਣ ਦੇ ਨਾਲ ਵੋਟਾਂ ਵਿੱਚ ਰਲਿਆ, ਉਧਰ ਹੋਇਆ, ਇਹਦੇ ਮਨ ਨੂੰ ਥੋੜਾ ਜਿਹਾ ਨਾ ਸੁਧਾਰ ਜਿਹਾ ਮਿਲਦਾ ਹੈ ਹੁਣ ਇਹ ਇਸ ਪਾਸੇ। ਨਹੀਂ ਤੇ ਇਹਦਾ ਕੋਈ ਮਨ ਨਹੀਂ, ਕੋਈ ਕਹਿ ਵੀ ਮੈਂ ਤਾਂ ਕਹਿੰਦੀ ਨਹੀਂ ਵੀ ਨਹੀਂ ਹਟ ਸਕਦਾ। ਤੇ ਹੁਣ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਖੁਸ਼ੀ ਬਹੁਤ ਜ਼ਿਆਦਾ, ਰਿਸ਼ਤੇਦਾਰ ਵੀ ਸਾਰੇ ਕਹਿੰਦੇ, ਹਰ ਕੋਈ ਨੂੰ ਮਨ 'ਚ ਬਹੁਤ ਖੁਸ਼ੀ ਆਉਂਦੀ ਆ ਵੀ ਸ਼ੇਤ ਵੀ ਇਹਦੀ ਨਹੀਂ ਤੇ ਸੜਿਆ ਸੀਗਾ, ਸੁੱਕਿਆ ਏਦਾਂ ਦਾ ਹੁੰਦਾ ਹੈ। ਹੁਣ ਤੇ ਕੱਪੜਾ ਵੀ ਕੋਈ ਨਹੀਂ ਆਉਂਦਾ। ਇਹ ਬਹੁਤ ਵਧੀਆ ਗੱਲ ਹੈ ਕਿ ਇੱਕ ਸਿਮਰਜੀਤ ਸਿੰਘ ਮਾਨ ਪਾਰਟੀ ਵੱਲੋਂ ਹਾਂ, ਉਹ ਸਿੱਖੀ ਨੇ ਇਨਸਪਾਇਰ ਹੋ ਗਿਆ ਜੇ ਇਸ ਵੱਲੋਂ ਆਏ ਇਸੇ ਪਾਸੇ ਪਰ ਤੁਰਿਆ ਉਹਦੀ ਦੌਲਤ ਦੇ ਨਾਲ ਹੀ, ਬਿਲਕੁਲ ਉਹਦੀ ਦੌਲਤ ਦੇ ਨਾਲ, ਸਿੱਖੀ ਦੇ ਨਾਲ, ਉਹਦੀ ਦੌਲਤ ਤੇ ਤੁਰਿਆ ਵਾ। ਉਹਦੀ ਦੌਲਤ ਤੇ ਇਹਨੂੰ ਸਾਰਾ ਪਤਾ ਲੱਗਾ ਵੀ ਸਿੱਖੀ ਚੀਜ਼ ਕੀ ਆ ਤੇ ਆ ਜਿਹੜੇ ਨਸ਼ੇ ਆ ਮੈਂ ਕਿਸ ਤਰ੍ਹਾਂ ਮੈਂ ਤਾਂ ਆਪਣੀ ਜ਼ਿੰਦਗੀ ਮਿੱਟੀ 'ਚ ਰੋੜ ਦਿੱਤੀ। ਤੇ ਤੁਸੀਂ ਪਹਿਲਾਂ ਨਹੀਂ ਕਦੀ ਕਿਹਾ ਇਹਨੂੰ ਕਿ ਸਿੱਖੀ ਸਰੂਪ ਕਰ? ਸਿੱਖੀ ਸਰੂਪ 'ਚ ਛੋਟੇ ਹੁੰਦੇ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਅੰਮ੍ਰਿਤ ਸਿਖਾਇਆ ਸੀ। ਉਸ ਤੋਂ ਬੜਾ ਬਾਅਦ ਸੋਹਣਾ ਬਾਣੀ ਪੜ੍ਹਦਾ ਸੀ, ਸਵੇਰੇ ਉੱਠਦਾ ਸੀ, ਬੜਾ ਮੈਂ 2 ਵਜੇ ਠਾਣਾ, 2 ਵਜੇ ਉੱਠ ਪੜਨਾ, ਨਾਲ ਹੀ ਮੇਰੇ ਬਹਿ ਜਾਣਾ, ਬੜਾ ਸੀ। ਐਸਾ ਮਾੜੀਆਂ ਸੰਗਤਾਂ 'ਚ ਪਿਆ, ਹੁਣ ਤਾਂ ਬਾਣੀ ਵੱਲ ਧਿਆਨ ਵੀ ਨਹੀਂ ਕੀਤਾ। ਬਾਣੀ ਵੱਲ ਹੁਣ ਜਦੋਂ ਕਿਤੇ ਬਣਦਾ ਇਹਨਾਂ ਦਾ ਮੂਡ ਜਿਹਾ ਬਣਦਾ ਸੀ, ਫਿਰ ਉੱਠ ਕੇ 3 ਵਜੇ 2 ਵਜੇ ਲੱਗ ਪੈਂਦਾ ਘਰ, ਜਦੋਂ ਮੂਡ ਬਣਦਾ ਹੈ। ਤੇ ਹੁਣ ਇਹ ਲਗਾਤਾਰ ਕਰਦੇ ਨੇ ਮੂਡ ਹੈ, ਹੁਣ ਸ਼ੁਰੂ ਵਾਲੀ ਹਿਸਾਬ ਹੀ ਆ ਜੀ। ਬਿਲਕੁਲ ਹਾਂ, ਅਜੇ ਨਹੀਂ ਵੀ ਇਦਾਂ ਪੱਕਾ ਨਹੀਂ ਹੋ ਗਿਆ ਵੀ ਇਦਾਂ ਪੱਕਾ ਹੋ ਗਿਆ ਜੇ, ਅਜੇ ਬਾਣੀ ਨੂੰ ਨਹੀਂ ਅਜੇ ਹੋਇਆ ਪੱਕਾ। ਚਲੋ ਮਤਲਬ ਕਿ ਤੁਸੀਂ ਉਮੀਦ ਕਰਦੇ ਹੋ ਕਿ ਜੇ ਮੋੜਾ ਪੈ ਗਿਆ ਹਾਂ ਫਿਰ ਜ਼ਰੂਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੌਲੀ ਹੌਲੀ ਕਰਕੇ ਇਸ ਚੀਜ਼ ਵੱਲ ਵੀ ਸਿੱਖੀ ਦੇ ਪਾਠ ਵੀ ਇੰਨਾ ਵਧੀਆ ਕਰਦਾ, ਬਹੁਤ ਸੋਹਣਾ ਪਾਠ ਕਰਦਾ। ਇਹਨੂੰ ਮੈਂ ਸੈਂਟਰ 'ਚ ਦਾਖਲ ਕਰਾਉਂਦੀ ਰਹੀ, ਉੱਥੇ ਮੈਂ ਜਿੱਦ ਕਿਤੇ ਜਾਣਾ ਨਾ, ਉਹਨਾਂ ਨੇ ਕਹਿਣਾ ਚੱਲ ਨਾਨੀ ਸਾਹਿਬ ਵੀ ਪਾਠ ਕਰ, ਇਹਨੇ ਰਹਿ ਸੱਚ ਕਰਨੀ, ਸਵੇਰੇ ਜਪਜੀ ਸਾਹਿਬ ਕਰਨਾ, ਫਿਰ ਅਰਦਾਸ ਕਰਨੀ, ਸਾਰੇ ਨਾਲੇ ਦੁਆਲੇ ਬਿਠਾਣਾ ਨਾ, ਸੁਣਨਾ ਉੱਥੇ, ਮੰਮੀ ਲਾਗੇ ਬਹਿ ਕੇ ਸੁਣਨਾ। ਬਹੁਤ ਸੋਹਣਾ ਪਾਠ ਕਰਦਾ ਸੀ, ਪਰ ਜਦੋਂ ਮੂਡ ਆ ਤੇ ਕਰ ਲਿਆ, ਨਹੀਂ ਤੇ ਨਹੀਂ। ਤੇ ਹੁਣ ਲੋਕੀ ਕਿੰਨੇ ਖੁਸ਼ ਹੁੰਦੇ ਨੇ ਤੁਹਾਡੇ ਆਂਢ ਗੁਆਂਢ ਕੀ ਜਿਹੜੇ ਲੋਕੀ ਦੇਖ ਕੇ ਬਹੁਤ, ਹੁਣ ਤਾਂ ਲੋਕਾਂ ਨਾਲ ਹੁਣ ਤਾਂ ਕੋਈ ਸਿਹਤ ਵੀ ਇਹਦੀ ਬਣ ਗਈ, ਚਲੋ ਹੁਣ ਠੀਕ ਵੀ ਆ। ਹੁਣ ਇਹ ਗੱਲ ਕਹਿੰਦੇ ਆ ਇਹਦੀ ਬਹੁਤੀ ਇਹਨੂੰ ਨਿਸਦਾਰ, ਹਾਂ ਉਹ ਨਿਸਦਾਰ ਮਤਲਬ ਕਿ ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਸਾਰਾ ਕ੍ਰੈਡਿਟ ਉਹਨਾਂ ਨੂੰ ਚੱਲ ਗਿਆ। ਹਾਂ, ਉਹਨਾਂ ਨੂੰ ਬਹੁਤ ਵਧੀਆ ਗੱਲ ਹੈ ਜੀ, ਉਹਨਾਂ ਨੂੰ ਵੀ ਪਰ ਕ੍ਰੈਡਿਟ ਇਹ ਜਿਹੜਾ ਮੰਨਦਾ ਹਜੇ ਉਹਨੂੰ ਵੀ ਨਹੀਂ ਜੀ, ਉਹਨੂੰ ਵੀ ਹਜੇ ਨਹੀਂ ਕੋਈ ਮੰਨਦਾ। ਉਹ ਤਾਂ ਕਹਿੰਦੀ ਆ ਪਰ ਕਿਉਂ ਭਾਜੀ ਤੁਸੀਂ ਅਜੇ ਤੱਕ ਇਹ ਆਪਣੇ ਵਾਈਫ ਨੂੰ ਕਿਉਂ ਨਹੀਂ ਮੰਨਦੇ? ਵਾਈਫ ਨਾਲ ਚਲੋ 2 ਘਰ ਇਹ ਦੇ ਕਹਿੰਦਾ ਮਾਮਾ ਭਾਂਡੇ ਨੋ ਭਾਂਡੇ ਸੱਚੀਆਂ ਜੀਆਂ ਹੋ ਗਈਆਂ, ਨੋ ਦੋ ਸੱਚੀਆਂ ਭਾਂਡੇ ਉਹ ਮੰਮੀ ਦੇ ਫਿਰ ਉਹ ਇੱਕੋ ਜਿਹਾ ਫਿਰ ਮੈਨੂੰ ਗੱਲਾਂ ਕਰਦੀਆਂ ਵਾ। ਠੀਕ ਹੈ, ਕਿਤੇ ਮੈਂ ਜ਼ਿਆਦਾ ਮੈਂ ਬਾਹਰ ਨਹੀਂ ਜਾਂਦਾ, ਜੇ ਮੈਂ ਕਿਤੇ ਚਲ ਗਿਆ ਵਾ 2-3 ਘੰਟੇ, ਫਿਰ ਜੇ ਮੈਂ ਆ ਗਿਆ ਵਾ ਤੇ ਫਿਰ ਸਮਝ ਲਓ ਕਿ ਮੇਰੀ ਸਾਰੀ ਰਾਤ ਤੱਕ ਕਲਾਸ ਲੱਗਦੀ ਰਹਿਣੀ ਹੈ। ਗਿਆ ਤੇ ਗਿਆ ਕਿਉਂ, ਕਿਹੜੇ ਕੰਮ ਗਿਆ ਵਾ, ਉਹਨੇ ਮੇਰੇ ਕੋਲ ਨਿੱਕੀ ਗੱਲ ਦਾ ਹਿਸਾਬ ਲੈਣਾ ਵਾ। ਜੇ ਹੁਣ ਤੁਸੀਂ ਬਾਜ ਗਏ ਹੋ ਨਾ, ਹਾਂਜੀ ਬਾਜ ਗਏ, ਬਿਲਕੁਲ ਬਹੁਤ ਜ਼ਿਆਦਾ ਮੇਰੇ ਵਿੱਚ ਸੁਧਾਰ, ਉਸਨੇ ਵੀ ਮੇਰੇ ਵਿੱਚ ਬਹੁਤ ਜ਼ਿਆਦਾ ਸੁਧਾਰ ਲਿਆਂਦਾ। ਮੈਂ ਇਹ ਨਹੀਂ ਕਹਿੰਦਾ ਇਹ ਕਹਿੰਦੇ ਵੀ ਤੂੰ ਲਿਆਉਣਾ ਨਹੀਂ, ਕੁਝ ਕਰਨਾ ਨਹੀਂ ਤੇ ਤੂੰ ਬਾਹਰ ਲੈਣ ਕੀ ਜਾਣਾ ਜੀ। ਜੇ ਤੂੰ ਕੋਈ ਸੌਦਾ ਲਿਆਉਣਾ, ਕੋਈ ਚੀਜ਼ ਲਿਆਉਣੀ, ਤੈਨੂੰ ਕੋਈ ਬਾਹਰ ਕੰਮ ਨਹੀਂ, ਤੂੰ ਬਾਹਰ ਜਾਣਾ ਵੀ ਕਿਉਂ? ਫਿਰ ਘਰ ਬੈਠ, ਹਾਂ ਜਾਓ ਘੜੀ ਸ਼ਾਮਾਂ ਦੇ ਟਾਈਮ ਜਾਓ, ਫਿਰ ਤੁਰ ਕੇ ਆਪਣੇ ਘਰ ਦੋਵੇਂ ਜੀ ਜਾਓ।
ਜੀ। ਜੋ ਤੂੰ ਜਾਂਦਾ ਇਦਾਂ ਜਾ ਕੇ ਬਿਨਾਂ ਫਿਰ ਸਾਨੂੰ ਫੇਰ ਹੋ ਜਾਂਦਾ ਸ਼ੱਕ ਤੂੰ ਜਾ ਕੇ ਬੈਠੀ ਹੈ। ਨਹੀਂ ਚਲੋ ਮਾਤਾ ਜੀ ਹੁਣ ਤਾਂ ਸਿੱਖੀ ਸਰੂਪ ਚ ਆ ਗਏ, ਹੁਣ ਛੱਡ ਨਾ ਕਰਿਆ ਕਰੋ। ਨਹੀਂ ਹੁਣ ਤੇ ਇਹ- ਹੁਣ ਤੇ ਜੋ ਹਾਂ ਸਾਨੂੰ ਪਤਾ ਹੁਣ ਆਪੇ ਨਹੀਂ ਭਾਵੇਂ ਸਾਰਾ ਦਿਨ ਚੱਲ ਜਾਏਗੀ ਜੀ। ਸਾਨੂੰ ਕੋਈ ਨਹੀਂ ਟੈਨਸ਼ਨ ਹੈ। ਬਿਲਕੁਲ ਮਤਲਬ ਕਿ ਹੁਣ ਵਾਕਈ ਪੁੱਤ ਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਜਿੱਥੇ ਤੱਕ ਚਲੋ ਆਪਾਂ ਵੀ ਹੁਣ ਦਾ ਰਿਕਾਰਡ ਕਰ ਰਹੇ ਹਾਂ ਕਿ ਬਹੁਤ ਵਧੀਆ ਇਹਨਾਂ ਦਾ ਸੁਭਾਅ ਜਿਹੜਾ ਨੇਚਰ ਚੇਂਜ ਹੋ ਗਿਆ ਅੱਗੇ ਨਾਲੋਂ, ਜਿਹੜਾ ਸੁਭਾਅ ਸੀਗਾ ਜਿਹੜਾ ਪਹਿਲਾਂ ਦੱਸਦੇ ਸੀਗੇ ਇਵੇਂ ਦਾ ਵਾ। ਤੇ ਮਾਲਕ ਬੁੱਧੀ ਪਾਵੇ, ਜਦੋਂ ਮਾਲਕ ਬੁੱਧੀ ਬਖਸ਼ਦਾ ਹੈ ਤੇ ਉਦੋਂ ਹੀ ਬਖਸ਼ਦਾ ਹੈ, ਭਾਵੇਂ ਸਮਾਂ ਜਿਹੜਾ ਮਰਜ਼ੀ ਵੇਸਟ ਹੁੰਦਾ ਹੋਵੇ। ਤੁਸੀਂ ਇਹ ਸੋਚੋ ਕਿ ਕਿਹੜੀ ਮਾਂ ਜਿਹੜੀ ਆਪੇ ਜੇਲ੍ਹ 'ਚ ਕਰਾਉਂਦੀ, ਕੋਈ ਇਹਨੂੰ ਕਿਸੇ ਨੇ ਜੇਲ੍ਹ 'ਚ ਨਹੀਂ ਹਜੇ ਤੱਕ ਕਰਵਾਇਆ, ਕਿਸੇ ਨੇ ਕੋਈ ਇਦਾਂ ਨਹੀਂ ਕਰਾਇਆ। ਮੈਂ ਆਪ ਖੁਦ ਉਸ ਨਾਲ ਮਿਲ ਕੇ ਤੈਨੂੰ ਜੇਲ੍ਹ ਕਰਾਉਂਦੀ, ਕੇਸ ਪਾਉਣਾ ਕੇਸ ਪਾਉਣਾ ਕਿ ਨਸ਼ੇ ਤੋਂ ਹਟ ਜੇ, ਨਸ਼ੇ ਤੋਂ ਹਟ ਜੇ ਕਿਸ ਤਰ੍ਹਾਂ ਵੀ ਇਹਨੂੰ ਬਲਕਿ ਡਰਾ ਪਾਉਂਦੇ ਸੀ। ਡਰਾ ਪਾਉਂਦੇ ਸੀ। ਤੇ ਜੇ ਆਖੋ ਵੀ ਲੜਾਈ ਝਗੜੇ 'ਚ ਉਹਦਾ ਜੇਲ੍ਹ ਨਹੀਂ ਗਿਆ, ਉਹਦਾ ਜੇਲ੍ਹ ਭੇਜਿਆ ਤਾਂ ਮੈਂ ਹੀ ਜੇਲ੍ਹ ਭੇਜਿਆ, ਆਪੇ ਜੇਲ੍ਹ ਭੇਜਣਾ ਆਪੇ ਜ਼ਮਾਨਤ ਕਰਾਉਣੀ। ਅੱਜ ਦੀ ਸੱਚਾਈ ਮਾਤਾ ਜੀ ਨੇ ਦੱਸ ਦਿੱਤੀ ਕਿ ਤੁਹਾਨੂੰ ਜੇਲ੍ਹ 'ਚ ਭੇਜਣ ਵਾਲੇ ਮਾਤਾ ਜੀ ਮਾਤਾ ਜੀ ਮੈਂ ਸੱਚਾਈ ਭੇਜਣ ਵਾਲੇ ਇਹਦਾ ਭੇਜਣ ਬਹਾਨਾ ਬਣਾ ਵਾਲੇ ਕੇ ਤੇ ਆ ਹੋ ਆ ਕੇ ਕਦੀ ਇਹ ਸ਼ਰਾਬ ਵਧੀਆ ਬੋਤਲਾਂ ਪਾ ਦੇਣੀਆਂ, ਕਦੀ ਮੈਂ ਕੁਛ ਪਾ ਦੇਣਾ, ਕਦੀ ਮੈਂ ਕੁਛ ਪਾਣਾ। ਫਿਰ ਮੇਰੀ ਇੰਨਾ ਹੀ ਮੈਂ ਜੇ ਪਾਉਂਦੀ ਵੀ ਮੁੜ ਕੇ ਆਪੇ ਛਡਾ ਗਈ। ਇਹ ਨੀ ਮੈਂ ਪਿੰਡ ਦਾ ਕੋਈ ਸਰਪੰਚ ਕਰਨਾ, ਕੋਈ ਮੈਂ ਕੁਛ ਕਰਦੀ, ਆਪੇ ਮੈਂ ਜ਼ਮਾਨਤ ਕਰਾਉਣੀ, ਆਪੇ ਮੈਂ ਸਾਰੇ ਕੰਮ ਕਰਦੀ, ਆਪੇ ਤਰੀਕਾ ਭੁਗਤਣ ਲੱਗੇ। ਇੰਨੇ ਨੇ ਨਸੀਹਤ ਚੱਲੇ ਆਪੇ ਪਾਓ 4-5 ਵਾਰੀ ਮੈਂ ਜੇਲ੍ਹ 'ਚ ਵਿੱਚ ਆਪੇ ਭੇਜ ਉਦਾਂ ਨਹੀਂ ਗਿਆ। ਤੇ ਅੱਜ ਚਲੋ ਬਹੁਤ ਵਧੀਆ ਕੀਤਾ ਕਿ ਮੈਸੇਜ ਆ ਜਿਹੜਾ ਛਡਾਉਣ ਦਾ ਵੀ ਤਰੀਕਾ ਤੁਸੀਂ ਬੜਾ ਵਧੀਆ ਅਪਣਾਇਆ ਕਿ ਖੁਦ ਹੀ ਪਾਲਣ ਦੇ ਸੀਗੇ। ਹਾਂ ਤੇ ਚਲੋ ਹਾਂ ਇਦਾਂ ਦੇ ਮੈਂ ਕਰ ਕਰਕੇ ਕੰਮ ਲਾਈਫ ਦਾ ਜਿਹੜਾ ਸ਼ੇਅਰ ਕੀਤਾ ਸੀਗੇ ਆਪਣੇ ਲੁਧਿਆਣੇ ਵੀ ਰਹੇ ਨੇ, ਹਾਂ। ਉੱਥੇ ਬੜਾ ਸੁਸਾਇਟੀਆਂ 'ਚ ਗਲਤ ਹੋਏ ਨੇ। ਜਿੱਥੇ ਜਾ ਅੰਮ੍ਰਿਤਸਰ ਚਲ ਗਿਆ ਇਹਨੂੰ ਸਾਧ ਉਦਾਂ ਦਾ ਹੀ ਲੱਭਣਾ, ਜਿੱਥੇ ਚਲ ਗਿਆ ਨਾ ਕਿਤੇ ਵੀ ਜਾਂਦਾ ਇਹਨੂੰ ਸਾਧ ਉਦਾਂ ਦਾ ਹੀ ਲੱਭਣਾ। ਪਤਾ ਕਿੱਥੋਂ ਲੱਭ ਲੈਂਦਾ ਸੀਗਾ। ਇਹ ਸਾਥ ਇਹਨਾਂ ਦੇ ਬਹੁਤ ਜ਼ਿਆਦਾ ਬਣ ਜਾਂਦੇ ਸੀ ਕਿ ਜਦੋਂ ਲਾਈਫ ਹੋਈ ਤੇ ਉਹ ਲਾਈਫ ਜਿਹੜਾ ਦਰਬਾਰ ਸਾਹਿਬ ਸਾਥ ਇਹਦੇ ਲੱਭਣੇ ਨਵੇਂ ਲੱਭ ਲੈਣੇ ਨੇ, ਅਸੀਂ ਕਿਤੇ ਬੈਠੀ ਉਹਨਾਂ ਨੇ ਕਿਤੇ ਹੋਣਾ। ਚਲੋ ਜੀ ਭਾਜੀ ਹੁਣ ਮਾਤਾ ਜੀ ਵੱਲੋਂ ਇਹ ਚੀਜ਼ ਦੀ ਹੁਣ ਮੈਨੂੰ ਵੀ ਖੁਸ਼ੀ, ਮੇਰੇ ਮਨ ਮੈਂ ਸਾਰੀ ਜ਼ਿੰਦਗੀ ਇਦਾਂ ਕੱਟੀ, ਧੱਕੇ ਧੋੜਿਆਂ 'ਚ ਇਦਾਂ ਜ਼ਿੰਦਗੀ ਕੱਟੀ। ਇਹਨੂੰ ਸਿਰਫ ਪੈਸਾ ਦੇ ਦੇ ਕੇ ਮੈਂ ਆਪੂ ਰੋਟੀ ਚੱਜ ਦੀ ਨਹੀਂ ਖਾਧੀ, ਆਪੂ ਪਹਿਨਿਆ ਚੱਜ ਦਾ ਨਹੀਂ, ਜਿਸ ਤਰ੍ਹਾਂ ਕਿਸੇ ਨੇ ਦੇ ਦਿੱਤਾ ਮੈਂ ਪਾ ਲਿਆ ਆਪਣੇ ਹੱਥੀਂ। ਤੁਹਾਨੂੰ ਭਾਜੀ ਮੈਂ ਦੱਸਿਆ ਕਿ ਹੁਣ ਤੁਸੀਂ ਕੀ ਮੰਨ ਕੇ ਰੱਖਦੇ ਹੋ ਜਿਹੜੇ ਹੋਰ ਵੀ ਬੱਚੇ ਨੇ ਕਿ ਇਸ ਤਰੀਕੇ ਨਾਲ ਮੋੜਾ ਹਾਂ ਮੈਂ ਕਹਿੰਦੀ ਜਿਸ ਤਰ੍ਹਾਂ ਇਹਦਾ ਪਿਆ ਉਹ ਵੀ ਇਸ ਤਰੀਕੇ ਨਾਲ ਸਿੱਖੀ ਚ ਆਉਣ, ਤੇ ਜਿਸ ਤਰ੍ਹਾਂ ਇਹ ਹੋਵੇ ਉਹਨਾਂ ਦੀ ਵੀ ਸਾਨੂੰ ਖੁਸ਼ੀ ਮਿਲੇ। ਇਹਦੇ ਚ ਛੱਡਿਆ ਤੇ ਉਹਨਾਂ ਨੇ ਵੀ ਨਾਲ ਇਹ ਕੰਮ ਕੀਤਾ, ਸਿੱਖੀ ਸਰੂਪ ਚ ਆਉਣ ਤੇ ਜਿਸ ਤਰ੍ਹਾਂ ਸਾਰੇ। ਚਲੋ ਤੇ ਮਾਨ ਸਾਹਿਬ ਵੱਲੋਂ ਕੋਈ ਸੀਐਮ ਸਾਹਿਬ ਵੱਲੋਂ ਕੋਈ ਆਪਣੇ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਕਿ ਕਿਸ ਤਰੀਕੇ ਦਾ ਜਿਹੜਾ ਰੁਤਬਾ ਆ ਉਹ ਕਿਸ ਤਰੀਕੇ ਦਾ ਪੰਜਾਬ ਨੂੰ ਅਸੀਂ ਬਚਾ ਸਕਦੇ ਆ, ਤੇ ਜਿਹੜਾ ਸਾਡਾ ਰੁਤਬਾ ਹਮੇਸ਼ਾ ਲਈ ਉੱਚਾ ਰਵੇ, ਕੱਦ ਉੱਚਾ ਕਰਕੇ ਚੱਲੀਏ। ਤੇ ਕਿਉਂਕਿ ਪੰਜਾਬ ਨੂੰ ਨਸ਼ੇ ਦੀ ਬਿਲਕੁਲ ਬਹੁਤ ਜ਼ਿਆਦਾ ਲੱਤ ਲੱਗ ਚੁੱਕੀ ਹੈ ਕਿ ਅੱਜ ਦੀ ਵੀ ਡੇਟ ਦੇ ਵਿੱਚ ਚਲੋ ਪਹਿਲਾ ਪਰਸਨ ਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਜਿਹੜਾ ਅੱਜ ਮੋੜਾ ਪਾ ਕੇ ਜਿੱਥੇ ਪਹੁੰਚਿਆ ਹੈ ਤਾਂ ਬੜੀ ਖੁਸ਼ੀ ਹੋਈ ਆ ਸਾਨੂੰ ਵੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦੀ ਅਪੀਲ ਕੀ ਕਰਨਾ ਚਾਹੁੰਦੇ ਹੋ ਕਿ ਜਿਹੜਾ ਇਸ ਤਰੀਕੇ ਨਾਲ ਬੱਚੇ ਆਉਂਦੇ ਰਹਿਣ ਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ? ਸਰਕਾਰ ਨੂੰ ਇਹ ਵਾ ਵੀ ਆ ਜਿਹੜਾ ਨਸ਼ਾ ਵਾ ਇਹਨੂੰ ਨਸ਼ੇ ਨੂੰ ਬੰਦ ਕਰਾਓ ਜੀ ਹਾਂ, ਨਸ਼ੇ ਨੂੰ ਬੰਦ ਕਰੋ। ਹਾਂ ਠੀਕ ਆ ਕਿਤੇ ਬਹੁਤਾ ਹੀ ਬੱਚੇ ਨੂੰ ਹੈ ਵਾ, ਚਲੋ ਕਿਤੇ ਫੀਮ ਹੈਗੀ ਹੈ, ਫੀਮ ਦਾ ਕਰਨਾ ਪਿਆ ਉਹ ਥੋੜੀ ਬਹੁਤੀ ਬੱਚਾ ਖਾ ਲੇ ਤਾਂ ਆਪਣੇ ਘਰ ਚ ਰਹੇ, ਇਹ ਬਾਹਰ ਅੰਦਰ ਨਾ ਜਾਵੇ, ਗੁਰਸਿੱਖੀ ਚ ਰਹੇ। ਮਤਲਬ ਕਿ ਫੀਮ ਖਾਣ ਨਾਲ ਮਤਲਬ ਥੋੜ੍ਹਾ ਕਿ ਸੋਚ ਰਹਿੰਦਾ ਕਹਿ ਲਈਏ ਕਿ ਜੇ ਦਿਮਾਗ ਉਹਦਾ ਖਰਾਬ ਨਹੀਂ ਹੁੰਦਾ ਇਹ ਨਸ਼ਾ ਜਿਹੜੀ ਸਮੈਕ ਆ ਇਹ ਨਸ਼ਾ ਦਾ ਜਿਹੜਾ ਪਤਾ ਨਹੀਂ ਲੱਗਣਾ ਨਾ, ਇਹ ਕੀ ਪਤਾ ਨਾ ਜ਼ਿੰਦਗੀ ਬਰਬਾਦ, ਟੀਕੇ ਹੱਥ ਲਾ ਲਏ ਆ, ਕੁਛ ਵੀ ਲਾ ਲਿਆ, ਨਾ ਪਤਾ ਮਾਂ ਦਾ ਨਾ ਪਤਾ ਭੈਣ ਦਾ, ਜੋ ਗੱਲ ਹੋਈ ਉਹ ਭੁੱਲ ਜਾਂਦੇ ਆ। ਸਿੱਖੀ ਚ ਆਉਣਗੇ ਇਹੋ ਫੀਮ ਦਾ ਨਸ਼ੇ ਦੇ ਜਿਹੜਾ ਵਾ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਨੇ ਆ ਵੀ ਉਹ ਇਸ ਨਸ਼ੇ ਨੂੰ ਬੰਦ ਕਰੇ। ਬੱਚਿਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਵਾ ਉਹ ਤੇ ਬਰਬਾਦ ਬਹੁਤ ਹੋ ਚੁੱਕੀਆਂ, ਹੁਣ ਹੀ ਸਿੱਖੀ ਚ ਆ ਜਾਣ, ਹੁਣ ਹੀ ਬਚਾਣਾ ਇਸ ਤਰ੍ਹਾਂ ਨਹੀਂ ਤੇ ਨੌਜਵਾਨ ਮੁੰਡਾ ਜਿਹੜਾ ਵਾ ਕੋਈ ਸਭ ਆਦੀ ਹੋ ਚੁੱਕੇ ਆ, ਨਸ਼ੇ ਦੇ ਆਦੀ ਆ, ਜਿੱਧਰ ਚੱਲ ਜਾਓ ਦੇਖੋ ਨਸ਼ੇ ਵਾਲੇ ਆ, ਵਿੱਚ ਕੁੜੀਆਂ ਵੀ ਆ ਮੁੰਡੇ ਵੀ ਆ। ਸਾਡੀ ਤਾਂ ਹੱਥ ਜੋੜ ਕੇ ਬੇਨਤੀ ਇਹੀ ਹੈ ਇਸ ਤੋਂ ਬਚਾ ਲਓ, ਕਿਤੇ ਖਾਲਿਸਤਾਨ ਜਿਹੜਾ ਵਾ ਚਲੋ ਉਹ ਬਣ ਜਾਏਗਾ, ਦੁਨੀਆ ਦਾ ਵੀ ਜਿਹੜਾ ਵਾ ਥੋੜਾ ਸਿੱਖੀ 'ਚ ਪ੍ਰਭਾਵ ਹੈ, ਅਸੀਂ ਸਿੱਖੀ ਨੂੰ ਕਹਿੰਦੇ ਸਿੱਖੀ 'ਚ ਪ੍ਰਭਾਵ ਹੈ ਉਸ ਬੱਚੇ ਤੋਂ। ਤੇ ਇਹ ਸਨ ਇਹਨਾਂ ਦੇ ਆਪਣੇ ਮਾਤਾ ਜੀ, ਤੇ ਉਹ ਇਹਨਾਂ ਨੇ ਇਹ ਮਾਨ ਸਾਹਿਬ ਵੱਲੋਂ ਵੀ ਅਪੀਲ ਕੀਤੀ ਹੈ ਕਿ ਜਿਹੜੀ ਫੀਮ ਦੀ ਖੇਤੀ ਹੈ ਕਿ ਜਿਹੜੇ ਬੱਚੇ ਆਪਣੇ ਨਸ਼ਿਆਂ ਵੱਲ ਵੱਧ ਰਹੇ ਆ, ਸਮੈਕ ਵੱਲ ਵੱਧ ਰਹੇ ਜਾਂ ਕੁਝ ਹੋਰ ਨਸ਼ਾ ਤਸਕਰੀਆਂ ਕਰਦੇ ਨੇ, ਉਲਟ ਪੁਲਟ ਨਸ਼ੇ ਕਰਦੇ ਨੇ, ਕਿ ਜਿਹੜੀ ਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ ਜਿਹੜੀ ਆਮ ਮੈਡੀਕਲ ਸਟੋਰਾਂ ਦੇ ਉੱਤੇ ਮਿਲਦੀ ਹੈ ਉਸੇ ਤਰੀਕੇ ਨਾਲ ਮੈਡੀਕਲ ਸਟੋਰਾਂ ਦੇ ਉੱਤੇ ਫੀਮ
ਦਿੱਤੀ ਜਾਵੇ ਕਿ ਜਿਹੜੇ ਬੱਚੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਉਸ ਚੀਜ਼ ਤੋਂ ਰਹਿਤ ਹੋ ਕੇ ਇਹਦੇ ਵੱਲ ਮੋੜਾ ਪੈ ਜਾਏ ਤੇ ਇਹ ਫੀਮ ਦੀ ਜਿਹੜੀ ਮਾਤਰਾ ਆ ਉਹ ਆਪਣੇ ਡਾਇਟਰੀ ਹਿਸਾਬ ਦੇ ਨਾਲ ਦਿੱਤੀ ਜਾਵੇ। ਤੇ ਜੋ ਸਰਕਾਰ ਦਾ ਕਿਸ ਤਰੀਕੇ ਦਾ ਰਵੱਈਆ ਰਹੇਗਾ ਹੁਣ ਇਸ ਗੱਲ ਦੇ ਉੱਤੇ ਤੇ ਇਹਨਾਂ ਦੀ ਜਿਹੜੇ ਬਿਆਨ ਨੇ ਇਹ ਤੁਸੀਂ ਆਪ ਸੁਣ ਚੁੱਕੇ ਆ ਤੇ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਪਹਿਲਾਂ ਤਾਂ ਇਹ ਚੀਜ਼ ਤੋਂ ਮੁਕਤ ਹੋ ਕੇ ਅੱਜ ਇਹ ਸਾਡੇ ਚੈਨਲ ਦੇ ਉੱਤੇ ਇੰਟਰਵਿਊ ਦੇ ਰਹੇ ਨੇ। ਤੇ ਪਹਿਲਾਂ ਤਾਂ ਸਾਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਰਿਵਾਰ ਦਾ ਤੇ ਤੁਹਾਡਾ ਵੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਓ ਇੱਕ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।